दोहरा केसर एला जुगम बेध खारक दाखन बरिंद। ਕੇਸਰ ਸਾਧ ਸੰਗਤ ਜੀ ਕਸ਼ਮੀਰ ਵਿੱਚ ਹੁੰਦਾ ਹੈ, ਉੱਥੋਂ ਮੰਗਵਾਇਆ ਹੈ। ਏਲਾ ਜੁਗਮ ਬਿਦ, ਇਲਾਇਚੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਵੱਡੀ ਇਲਾਇਚੀ ਔਰ ਛੋਟੀ ਇਲਾਇਚੀ। ਇਹ ਵੀ ਮਹਾਰਾਜ ਨੇ ਮੰਗਵਾਈਆਂ ਹਨ ਬਹੁਤ ਜ਼ਿਆਦਾ। ਖਾਰਕ ਨਾਮ ਹੈ ਛੁਹਾਰਿਆਂ ਦਾ। ਦਾਖਾਂ ਜਿਹਨੂੰ ਸੌਗੀ ਵੀ ਕਹਿੰਦੇ ਆ, ਉਹ ਸਾਰਾ ਕੁਝ ਮੰਗਵਾਇਆ ਹੈ। खोपा गरी बदाम की आने सकट बिलंद। ਖੋਪਿਆ, ਗਰੀਆਂ, ਬਦਾਮਾਂ ਦੀਆਂ ਗਿਰੀਆਂ, ਇਹ ਸਾਧ ਸੰਗਤ ਜੀ ਜਿੰਨੇ ਮੇਵੇ ਹਨ ਗੱਡਿਆਂ ਤੇ ਲੱਦ ਕੇ ਲਿਆਂਦੇ ਹਨ। ਬਹੁਤ ਵੱਡੇ ਗੱਡੇ ਭਰ ਭਰ ਕੇ ਆਏ ਹਨ ਇਹਨਾਂ ਚੀਜ਼ਾਂ ਦੇ। ਚੌਪਈ ਜਹ ਕਹਤੇ ਕ੍ਰਿਤ ਸੈਂਕਰ ਮਨੇ। ਔਰ ਥਾਂ ਥਾਂ ਤੋਂ ਘਿਓ ਮੰਗਾਇਆ, ਦੇਸੀ ਘਿਓ ਤੋਂ ਹੁੰਦਾ ਸੀ। ਇਹ ਡਾਲਡਾ ਵਗੈਰਾ, ਰਿਫਾਈਨਡ ਵਗੈਰਾ ਤਾਂ ਹੁਣ 40-50 ਸਾਲ ਤੋਂ ਹੀ ਚੱਲੇ ਹਨ। ਸੋ ਇਹਦੇ ਵਿੱਚ ਹਮਨ ਦੇ ਵਿੱਚ ਸਾਧ ਸੰਗਤ ਜੀ ਕੇਵਲ ਦੇਸੀ ਘਿਓ ਹੀ ਪੈਂਦਾ ਹੈ। ਸੋ ਜਿੱਥੇ ਕਿਤੇ ਵੀ ਦੇਸੀ ਘਿਓ ਮਿਲਦਾ ਉੱਥੋਂ ਸਾਧ ਸੰਗਤ ਜੀ ਘੜਿਆਂ ਦੇ ਘੜੇ ਭਰ ਕੇ ਮੰਗਵਾਏ ਹਨ। ਤਿਲ ਜਾਵ ਤੰਦੁਰ ਲੈ ਕਰ ਘਨੇ। ਔਰ ਤਿਲ, ਜੌਂ, ਚਾਵਲ ਇੱਦਾਂ ਦੀਆਂ ਚੀਜ਼ਾਂ ਵੀ ਸਮੱਗਰੀ 'ਚ ਪੈਂਦੀਆਂ ਹਨ। ਸੁਗੰਧੀ ਜਿਹਨਾਂ 'ਚੋਂ ਆਉਂਦੀ ਹੋਵੇ ਨਾ, ਖੁਸ਼ਬੂ ਆਉਂਦੀ ਹੋਵੇ, ਉਹ ਸਾਰੀਆਂ ਹੀ ਚੀਜ਼ਾਂ ਇਕੱਠੀਆਂ ਕੀਤੀਆਂ ਹਨ। ਸੰਚੈ ਭਇਓ ਆਨੰਦਪੁਰ ਆਏ। ਇਹਨਾਂ ਸਾਰੀਆਂ ਚੀਜ਼ਾਂ ਦਾ, ਸਾਰੀ ਸਮੱਗਰੀ ਦਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਚੈ ਹੋ ਗਿਆ ਹੈ, ਭਾਵ ਸਾਰੀਆਂ ਇਕੱਠੀਆਂ ਕਰ ਲਈਆਂ ਹਨ। ਚਾਹੇ ਸੋ ਵਸਤੂ ਸਕਲ ਅਨਾਏ। ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਪੰਡਿਤ ਕੇਸੋ ਦਾਸ ਨੇ ਲਿਸਟਾਂ ਬਣਾ ਕੇ ਦਿੱਤੀਆਂ ਹਨ, ਉਹ ਸਾਰੀਆਂ ਚੀਜ਼ਾਂ ਮੰਗਵਾ ਲਈਆਂ ਹਨ। ਸਰਬ ਸਮਗਰੀ ਹੋਇਸ ਤਿਆਰੀ। ਸਾਰੀਆਂ ਸਮੱਗਰੀਆਂ ਤਿਆਰ ਹੋ ਗਈਆਂ ਹਨ। ਜੋ ਵਿਪਰ ਕੋ ਨਿਕਟ ਹਕਾਰੀ। ਤੇ ਫਿਰ ਪੰਡਿਤ ਕੇਸੋ ਦਾਸ ਨੂੰ ਗੁਰੂ ਸਾਹਿਬ ਨੇ ਆਪਣੇ ਕੋਲ ਸੱਦਿਆ ਹੈ। ਆਸ਼ਿਕ ਦੇ ਕਰ ਬੈਠਿਓ ਪਾਸੀ। ਪੰਡਿਤ ਕੇਸੋ ਦਾਸ ਮਹਾਰਾਜ ਦੇ ਕੋਲ ਆ ਕੇ ਆਸ਼ੀਰਵਾਦ ਦੇ ਕੇ ਬੈਠ ਗਿਆ ਹੈ। ਸ੍ਰੀ ਕਲਗੀਧਰ ਗਿਰਾ ਪ੍ਰਕਾਸ਼ੀ। ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਪੰਡਿਤ ਕੇਸੋ ਦਾਸ ਵੱਲ ਵੇਖ ਕੇ ਬੋਲੇ ਹਨ। ਨਿਜ ਬਰ ਸੁਨੋ ਜੋ ਆਇਸ ਦਈ। ਮਹਾਰਾਜ ਕਹਿੰਦੇ ਪੰਡਿਤ ਜੀ ਸੁਣੋ, ਜੋ ਤੁਸੀਂ ਆਗਿਆ ਕੀਤੀ ਸੀ ਸਮਾਨ ਲਿਆਉਣ ਦੀ, ਜਿਹੜਾ ਜਿਹੜਾ ਸਮਾਨ ਚਾਹੀਦਾ ਸੀ ਉਹ ਮੰਗਵਾ ਲਿਆ ਹੈ। ਸਕਲ ਵਸਤ ਇਕੱਠੀ ਹੋਏ ਗਈ। ਸਾਰੀਆਂ ਚੀਜ਼ਾਂ ਵੱਡੀ ਛੋਟੀ ਹਰ ਚੀਜ਼ ਆ ਗਈ ਹੈ, ਇਕੱਠੀਆਂ ਕਰ ਲਈਆਂ ਨੇ ਅਨੰਦਪੁਰ ਸਾਹਿਬ ਵਿੱਚ। ਕੋਈ ਰੋਪੜ ਤੋਂ, ਕੋਈ ਹੁਸ਼ਿਆਰਪੁਰ ਤੋਂ, ਕੋਈ ਲੁਧਿਆਣੇ ਤੋਂ, ਕੋਈ ਸਾਧ ਸੰਗਤ ਜੀ ਕਸ਼ਮੀਰ ਤੋਂ, ਤੇ ਕੋਈ ਪਹਾੜਾਂ ਚੋਂ, ਕੋਈ ਲਾਹੌਰ ਤੋਂ, ਕੋਈ ਪਿਸ਼ੌਰ ਤੋਂ ਵਸਤੂਆਂ ਮੰਗਾਣੀਆਂ ਪਈਆਂ ਹਨ। ਦੂਰੋਂ ਦੂਰੋਂ ਇਹ ਵਸਤੂਆਂ ਮੰਗਾ ਕੇ ਸਤਿਗੁਰੂ ਜੀ ਕਹਿੰਦੇ ਇਕੱਠੀਆਂ ਕਰ ਲਈਆਂ ਹਨ। ਹਮਨ ਕਰਨ ਪਰ ਪਠ ਮੰਤਰਨ ਸੰਗ। ਹੁਣ ਹਮਨ ਤੁਸੀਂ ਕਰਨਾ ਹੈ ਪੰਡਿਤ ਜੀ, ਤੇ ਮੰਤਰਾਂ ਦਾ ਪਾਠ ਕਰਨਾ ਹੈ। ਤਿਥ ਸ਼ੁਭ ਪੇਖ ਤੁਮ ਕਰੋ ਅਭੰਗ। ਔਰ ਜਿਸ ਦਿਨ ਤੁਸੀਂ ਠੀਕ ਸਮਝਦੇ ਹੋ, ਚੰਗੀ ਤਿਥੀ ਹੋਵੇ, ਚੰਗਾ ਵਾਰ ਹੋਵੇ, ਕਿਉਂਕਿ ਬ੍ਰਾਹਮਣ ਲੋਕ ਕੋਈ ਵੀ ਪ੍ਰਯੋਗ ਕਰਦੇ ਹਨ ਉਹ ਸਮੇਂ ਦੀ ਵੀ ਵਿਚਾਰ ਕਰਦੇ ਹਨ। ਸਮਾਂ ਔਰ ਸਥਾਨ, ਇਹਨਾਂ ਚੀਜ਼ਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਹੱਤਵ ਹੈ। ਕੋਈ ਸਮਾਂ ਹੁੰਦਾ ਹੈ ਜਿਹੜਾ ਸਾਡੇ ਸਾਧ ਸੰਗਤ ਜੀ ਸਾਰੇ ਹੀ ਕਾਰਜ ਫਤਿਹ ਕਰ ਦਿੰਦੇ, ਰਾਸ ਹੋ ਜਾਂਦੇ ਹਨ। ਕੋਈ ਸਮਾਂ ਹੁੰਦਾ ਜਿਹੜੀ ਚੀਜ਼ ਨੂੰ ਹੱਥ ਪਾਈਏ ਉਹੀ ਫੇਲ ਹੋ ਜਾਈਦਾ। ਤੇ ਧਰਤੀ ਦਾ ਵੀ ਫਰਕ ਹੁੰਦਾ, ਜਗ੍ਹਾ ਦਾ ਵੀ ਫਰਕ ਹੁੰਦਾ ਹੈ। ਕਿਸੇ ਜਗ੍ਹਾ ਤੇ ਜਾ ਕੇ ਮਨ ਬੜਾ ਸ਼ਾਂਤ ਹੁੰਦਾ ਹੈ ਤੇ ਕਿਤੇ ਜਾ ਕੇ ਮਨ ਦੀ ਬਿਰਤੀ ਖਰਾਬ ਹੋ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਪੰਡਿਤ ਜੀ ਸਮਾਂ ਤੇ ਸਥਾਨ ਵੇਖ ਲਓ ਤੇ ਫਿਰ ਇਹ ਪ੍ਰਯੋਗ ਜਿਹੜਾ ਚੰਡੀ ਨੂੰ ਪ੍ਰਗਟ ਕਰਨ ਵਾਲਾ ਹੈ ਆਰੰਭ ਕਰ ਦਈਏ। ਕੇਸ਼ਵ ਕਹਿਓ ਵਿਧਾਨ ਕਰੇ ਹੋ। ਕੇਸੋ ਦਾਸ ਕਹਿਣ ਲੱਗਾ ਮਹਾਰਾਜ ਮੈਂ ਆਪ ਜੀ ਦੀ ਆਗਿਆ ਲੈ ਕੇ ਸਾਰਾ ਵਿਧੀ ਵਿਧਾਨ ਕਰਾਂਗਾ। ਲੱਖ ਦਰਬ ਕੀ ਦਛਨਾ ਲੈ ਹੋ। ਪਰ ਮਹਾਰਾਜ ਮੈਂ ਪਹਿਲਾਂ ਦੱਸ ਦਿਆਂ 1 ਲੱਖ ਰੁਪਈਆ ਮੈਂ ਦਛਨਾ ਲਵਾਂਗਾ। ਅੱਜ ਕੱਲ੍ਹ ਸਾਧ ਸੰਗਤ ਜੀ ਲੱਖ ਕੋਈ ਮੰਗ ਲਵੇ ਤੇ ਲੋਕਾਂ ਦੇ ਸਾਹ ਸੁੱਕ ਜਾਣ। ਅੱਜ ਦੇ ਜ਼ਮਾਨੇ ਜਦੋਂ ਕਿ ਲੱਖ ਰੁਪਏ ਦੀ ਕੋਈ ਵੈਲਿਊ ਨਹੀਂ, ਅਸੀਂ ਸਾਧ ਸੰਗਤ ਜੀ ਖੰਡ ਪਾਠੀ ਸਿੰਘਾਂ ਨੂੰ ਭੇਟਾ ਦਿੰਦਿਆਂ ਵੀ ਸੰਗਦੇ ਆ। ਔਰ ਜੇ ਕੋਈ ਗਾਣ ਵਾਲੀ ਬੁਲਾਈ ਹੋਵੇ ਵਿਆਹ ਤੇ ਲੱਖਾਂ ਰੁਪਈਆ ਉਸ ਤੋਂ ਵਾਰ ਦਿੰਦੇ ਆ। ਨੱਚਣ ਗਾਣ ਵਾਲਿਆਂ ਤੇ ਪੈਸਾ ਸੁੱਟਦੇ ਆ
ਤੇ ਜੇ ਕੋਈ ਕੀਰਤਨ ਕਰਨ ਵਾਲਾ, ਕਥਾ ਕਰਨ ਵਾਲਾ ਬੁਲਾਈਏ ਤੇ ਉਹ ਖੰਡ ਪਾਠੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ, ਕਥਾਵਾਚਕਾਂ ਨੂੰ ਮਾਇਆ ਦੇਣੀ ਪੈ ਜਾਵੇ ਤੇ ਬਾਬਾ ਜੀ ਘੱਟ ਨਹੀਂ ਲਾ ਲੋਗੇ ਥੋੜੇ ਜਿਹੇ? ਬਾਬਾ ਜੀ ਭੇਟਾ ਜ਼ਿਆਦਾ ਨਹੀਂ ਕਰਤੀ ਤੁਸੀਂ? ਸਾਧ ਸੰਗਤ ਜੀ 6 ਪਾਠੀ 3 ਦਿਨ ਲਗਾਤਾਰ ਅਖੰਡ ਪਾਠ ਸਾਹਿਬ ਕਰਦੇ ਹੈ ਤੇ ਘਰਾਂ ਵਾਲੇ ਭੇਟਾ ਦੇਣ ਵੇਲੇ ਹੱਥ ਘੁੱਟ ਲੈਂਦੇ। ਉਹੀ ਬੰਦੇ ਜਿਹੜੇ ਪਾਠੀਆਂ ਨੂੰ ਅੱਜ ਦੇ ਜ਼ਮਾਨੇ 'ਚ 5-6 ਹਜ਼ਾਰ ਰੁਪਈਆ ਦਿੰਦੇ ਰੋਂਦੇ ਹਨ, ਉਹ ਵਿਆਹ ਗਾਣ ਵਾਲੀਆਂ ਨੂੰ 7-7 ਲੱਖ ਰੁਪਈਆ ਦੇ ਦਿੰਦੇ ਹਨ। ਐਸਾ ਇਹ ਵਰਤਾਰਾ ਕਲਯੁਗ ਦਾ ਹੈ। ਪਰ ਸਤਿਗੁਰੂ ਤਾਂ ਧਰਮ ਤੇ ਖਰਚਾ ਕਰ ਰਹੇ ਹਨ। ਪੰਡਤ ਜੀ ਕਹਿਣ ਲੱਗੇ ਮਹਾਰਾਜ ਹਮਨ ਬੜਾ ਵੱਡਾ ਹੋਣਾ ਹੈ ਤੇ ਲੰਮਾ ਸਮਾਂ ਚੱਲਣਾ ਹੈ, ਇਸ ਕਰਕੇ ਮੇਰੀ ਭੇਟਾ ਜਿਹੜੀ ਹੈ 1 ਲੱਖ ਰੁਪਈਆ ਲਵਾਂਗਾ। ਜੇ ਤੱਕ ਵਿਦੋਕਤ ਹੈ, ਜਿੰਨੀ ਵੇਦ ਦੇ ਅਨੁਸਾਰ ਵਿਧੀ ਹੈ, ਵੇਦੋਕਤ ਵਿਧੀ ਦੇ ਮੁਤਾਬਕ ਮੈਂ ਮਹਾਰਾਜ ਇਹ ਅਨੁਸ਼ਠਾਨ ਕਰਾਵਾਂਗਾ। ਤੰਤਰੋਕਤ ਸ਼ਾਸਤਰ ਮਹਿ ਕਹੈ, ਤੰਤਰੋਕਤ, ਮੰਤਰੋਕਤ, ਸ਼ਾਸਤਰੋਕਤ ਜੋ ਵੀ ਮਰਜ਼ਾਦਾ ਹੈ ਉਹਦਾ ਮੈਂ ਪੂਰਾ ਖਿਆਲ ਰੱਖਾਂਗਾ। ਹਰ ਚੀਜ਼ ਦਾ ਵਿਧੀ ਵਿਧਾਨ ਪੂਰਾ ਕਰਾਂਗਾ। ਜਥਾ ਕਰਮ ਸਗਰੀ ਕਰਵਾਵੋ, ਜਥਾ ਕਰਮ ਮਰਜ਼ਾਦਾ ਅਨੁਸਾਰ ਜੋ ਹੈ ਮੈਂ ਸਾਰੀ ਮਰਜ਼ਾਦਾ ਪੂਰੀ ਕਰਾਵਾਂਗਾ। ਆਰੰਭ ਸਰਬ ਪੁਰਵਾਵੋ, ਤੇ ਮੈਂ ਤੁਹਾਡੀ ਸਾਰੀ ਮਨੋਕਾਮਨਾ ਪੂਰੀ ਕਰਾਵਾਂਗਾ। ਹੋਣ ਕਹਿ ਦੋ ਹੋਏ ਨਾਹੀ। ਬਾਕੀ ਮਹਾਰਾਜ ਮੈਂ ਇਹ ਗਰੰਟੀ ਨਹੀਂ ਦਿੰਦਾ ਵੀ ਚੰਡੀ ਪ੍ਰਗਟ ਹੋ ਜਾਵੇਗੀ ਜਾਂ ਨਹੀਂ ਹੋਵੇਗੀ। ਇਹ ਮੇਰੇ ਵਾਸ ਦੀ ਗੱਲ ਨਹੀਂ ਹੈ, ਇਹ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਮੈਂ ਤਾਂ ਮੰਤਰ ਉਚਾਰਨ ਕਰਾਂਗਾ, ਹਮਨ ਕਰਾਂਗਾ ਜੋ ਵੇਦਾਂ 'ਚ ਲਿਖਿਆ ਹੈ, ਜੋ ਸ਼ਾਸਤਰਾਂ 'ਚ ਲਿਖਿਆ ਹੈ, ਜੋ ਚੰਡੀ ਨੂੰ ਪ੍ਰਗਟ ਕਰਨ ਦਾ ਵਿਧੀ ਵਿਧਾਨ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਦੱਸਿਆ ਹੈ ਉਹ ਮੈਂ ਪੂਰਾ ਕਰਾਂਗਾ। ਪਰ ਸ਼ਕਤੀ ਪ੍ਰਗਟ ਕਲਯੁਗ ਵਿੱਚ ਹੋਣੀ ਔਖੀ ਹੈ। ਇਹ ਪੰਡਤ ਕੇਸੋ ਦਾਸ ਕਈ ਵਾਰੀ ਕਹਿ ਚੁੱਕਾ ਹੈ, ਇਸ ਤੋਂ ਪਹਿਲਾਂ ਵੀ ਕਹਿ ਚੁੱਕਾ ਹੈ ਤੇ ਆਏ ਹੋਏ ਪੰਡਤਾਂ ਨੇ ਵੀ, ਦੂਸਰਿਆਂ ਨੇ ਵੀ ਕਿਹਾ ਸੀ ਮਹਾਰਾਜ ਚੰਡੀ ਦੇ ਪ੍ਰਤੱਖ ਦਰਸ਼ਨ ਹੋਣੇ ਤਾਂ ਸਤਜੁਗ ਵਿੱਚ ਵੀ ਔਖੇ ਸਨ, ਇਹ ਤਾਂ ਕਲਯੁਗ ਹੈ। ਕਲਯੁਗ ਵਿੱਚ ਤਾਂ ਬੰਦਿਆਂ ਦੀ ਬਿਰਤੀਆਂ ਬੜੀਆਂ ਮੈਲੀਆਂ ਹੋ ਗਈਆਂ, ਅੰਤਸ਼ਕਰਨ ਮਲੀਨ ਹੋ ਗਏ ਹਨ। ਮੈਲੇ ਹਿਰਦਿਆਂ ਵਿੱਚ ਪ੍ਰਮਾਤਮਾ ਦੇ ਸਰੂਪ ਦਾ ਝਲਕਾਰਾ ਵੱਜਣਾ ਮੁਸ਼ਕਲ ਹੈ। ਪਰ ਆਪ ਜੀ ਪੂਰੇ ਹੋ, ਆਪ ਜੀ ਦਾ ਅੰਤਸ਼ਕਰਨ ਸ਼ੁੱਧ ਹੈ। ਆਪ ਜੀ ਚਾਹੋ ਤਾਂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰ ਸਕਦੇ ਹੋ। ਇਹ ਸਭ ਸ਼ਕਤ ਆਪ ਕੇ ਪਾਹੀ। ਕੇਸੋ ਦਾਸ ਕਹਿ ਰਿਹਾ ਮਹਾਰਾਜ ਮੇਰਾ ਕੰਮ ਤਾਂ ਹਵਨ ਕਰਨੇ ਦਾ ਹੈ, ਸ਼ਕਤੀ ਪ੍ਰਗਟ ਹੋਣੀ ਨਾ ਹੋਣੀ ਇਹ ਸ਼ਕਤੀ ਸਿਰਫ ਤੁਹਾਡੇ ਕੋਲ ਹੀ ਹੈ। ਇਸ ਵਿੱਚ ਭਲਾ ਬੁਰਾ ਜੇ ਕਰਮ, ਇਹਦੇ ਵਿੱਚ ਜਿਹੜਾ ਕੋਈ ਭਲਾ ਬੁਰਾ ਕਰਮ ਹੈ ਸਰਬ ਤੁਮਾਰੇ ਕਰ ਬਿਨ ਭਰਮ, ਉਹ ਸਭ ਤੁਹਾਡੇ ਹੱਥ ਹੈ। ਨਿਸੰਸ਼ੇ ਜਾਣ ਲਓ ਮੇਰਾ ਕੁਛ ਨਹੀਂ ਹੈ, ਮੈਂ ਤਾਂ ਸਿਰਫ ਹਮਨ ਪ੍ਰਯੋਗ ਕਰਨਾ ਹੈ। ਮੰਤਰ ਪੜ੍ਹਦੇ ਨੇ, ਆਹੂਤੀਆਂ ਪਾਣੀਆਂ ਨੇ, ਅੱਗੇ ਉਹਦਾ ਜੋ ਨਤੀਜਾ ਨਿਕਲੇਗਾ ਉਹ ਮਹਾਰਾਜ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਮੈਂ ਤਾਂ ਹਮਨ ਕਰਾਵਨ ਪਰ ਹੋ, ਮੈਂ ਤਾਂ ਸਿਰਫ ਹਮਨ ਕਰਾਉਣ ਵਾਸਤੇ ਆਇਆ, ਮੇਰੀ ਇੰਨੀ ਕੁ ਡਿਊਟੀ ਹੈ। ਵਿਧੀ ਬਤਾਵਨ ਕਰਮ ਤੇ ਕਰ ਹੋ, ਵਿਧੀ ਦੱਸੀ ਜਾਵਾਂਗਾ, ਜੋ ਵੀ ਵਿਧਾਨ ਹੈ ਨਾ ਵੇਦ ਸ਼ਾਸਤਰ ਦੇ ਮੁਤਾਬਕ ਉਹ ਮੈਂ ਕਰਵਾਵਾਂਗਾ। ਪਰ ਸ਼ਕਤੀ ਪ੍ਰਗਟ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਮੈਂ ਨਹੀਂ ਕਹਿ ਸਕਦਾ। ਇੱਕ ਮਨ ਹੋਏ ਮੰਤਰ ਕੋ ਪਠਨੋ, ਮਹਾਰਾਜ ਮੰਤਰ ਪੜ੍ਹਨਾ ਬੜਾ ਔਖਾ ਕੰਮ ਹੈ। ਇੱਕ ਮਨ ਇੱਕ ਚਿੱਤ ਹੋ ਕੇ ਪੜ੍ਹਨਾ ਪੈਂਦਾ। ਇਹ ਨਹੀਂ ਵੀ ਮੂੰਹ ਤੋਂ ਪਾਠ ਕਰੀ ਜਾਓ ਤੇ ਧਿਆਨ ਇੱਧਰ ਉੱਧਰ ਘੁੰਮਦਾ ਰਵੇ। ਮਹਾਰਾਜ ਐਸਾ ਨਹੀਂ ਹੋਵੇਗਾ। ਜਦੋਂ ਮੈਂ ਪਾਠ ਕਰਾਂਗਾ ਤੇ ਮੇਰਾ ਧਿਆਨ ਪਾਠ ਵਿੱਚ ਹੀ ਹੋਵੇਗਾ, ਮੈਂ ਉਪਾਸਨਾ ਵਿੱਚ ਹੀ ਲੱਗਾ ਰਵਾਂਗਾ ਚੰਡੀ ਦੀ। ਬਿਨ ਸੰਕਲਪ ਧਿਆਨ ਕੋ ਠਟਨੋ, ਮਹਾਰਾਜ ਸੰਕਲਪ ਨਹੀਂ ਉੱਠਣ ਦੇਣਾ, ਮਨ 'ਚ ਖਿਆਲ ਨਹੀਂ ਉੱਠਣ ਦੇਣਾ ਕੋਈ। ਇਹ ਸਾਧਨਾ ਮੇਰੀ ਹੈ, ਇਹ ਮੈਂ ਕਰਦਾ ਰਿਹਾ ਹਾਂ ਲਗਾਤਾਰ ਨਿਰੰਤਰ ਬਿਰਤੀ ਜੋੜ ਕੇ। ਕਿਸੇ ਵੀ ਖਿਆਲ ਨੂੰ ਨੇੜੇ ਨਹੀਂ ਆਉਣ ਦੇਣਾ, ਸਾਰੇ ਖਿਆਲਾਂ ਦਾ ਸਾਖੀ ਬਣ ਕੇ ਰਹਿਣਾ, ਆਈ ਵਿਟਨੈਸ। ਜਿਵੇਂ ਗਵਾਹ ਸਾਈਡ ਤੇ ਖੜਾ ਸਾਰਾ ਦੇਖ ਰਿਹਾ ਹੁੰਦਾ, ਕਤਲ ਹੁੰਦਾ ਹੈ, ਲੜਾਈ ਹੁੰਦੀ ਹੈ, ਦੰਗੇ ਫਸਾਦ ਹੁੰਦੇ ਨੇ, ਕੋਈ ਡਾਕੂ ਡਾਕੇ ਮਾਰਦੇ ਨੇ, ਚੋਰ ਚੋਰੀਆਂ ਕਰਦੇ ਨੇ,
ਜਿਹੜੇ ਗਵਾਹ ਹੁੰਦੇ ਨੇ ਉਹ ਕੁਛ ਨਹੀਂ ਕਰਦੇ, ਸਿਰਫ ਦੇਖਦੇ ਹਨ। ਮਹਾਰਾਜ ਇਸੇ ਤਰ੍ਹਾਂ ਮਨ ਨੂੰ ਸਾਖੀ ਬਣਾ ਕੇ ਮੈਂ ਸਾਰਾ ਕੁਝ ਕਰਾਂਗਾ। ਤਨ ਮਨ ਤੇ ਸ਼ੁੱਧ ਰਹਿਣ ਹਮੇਸ਼ਾ। ਮਹਾਰਾਜ ਤੁਹਾਨੂੰ ਵੀ ਤਨ ਤੇ ਮਨ ਕਰਕੇ ਸ਼ੁੱਧ ਰਹਿਣਾ ਪਵੇਗਾ। ਆਪਣੇ ਅੰਤਸ਼ਕਰਨ ਦੀ ਨਿਰਮਲਤਾ ਦਾ ਯਤਨ ਕਰਦੇ ਰਹਿਣਾ ਹੈ। ਤੁਮ ਅਧੀਨ ਇਤਿਆਦ ਅਸ਼ੇਸ਼ਾ। ਇਹ ਬਾਕੀ ਸਾਰੀਆਂ ਚੀਜ਼ਾਂ ਤੁਹਾਡੇ ਅਧੀਨ ਹਨ ਗੁਰੂ ਜੀ। ਅਸ਼ਟ ਪ੍ਰਕਾਰ ਕਾਮ ਕੋ ਤਿਆਗਨ। ਮਹਾਰਾਜ ਕਾਮ ਵਾਸਨਾ 8 ਪ੍ਰਕਾਰ ਦੀ ਹੈ। ਕਿਸੇ ਬਾਰੇ ਕਿਸੇ ਦੇਖਣਾ, ਕਿਸੇ ਇਸਤਰੀ ਧੀ ਭੈਣ ਦਾ ਰੂਪ ਵੇਖ ਕੇ ਉਹਦੇ ਵੱਲ ਵੇਖੀ ਜਾਣਾ, ਇਹ ਦਰਸ਼ਨ ਕਹਿੰਦੇ ਹਨ। ਕਿਸੇ ਇਸਤਰੀ ਦੀਆਂ ਗੱਲਾਂ ਹੀ ਸੁਣੀ ਜਾਣੀਆਂ, ਉਹਦੇ ਬਾਰੇ ਲੋਕਾਂ ਨੂੰ ਪੁੱਛਦੇ ਰਹਿਣਾ, ਸੁਣਾਓ ਫਲਾਣੀ ਦਾ ਕੀ ਹਾਲ ਹੈ, ਤੇ ਉਹ ਦੱਸਣ ਵਾਲਾ ਵੀ ਉਹਨੂੰ ਬੜੇ ਚਟਕੋਰੇ ਲਾ ਕੇ ਦੱਸਦਾ ਹੈ, ਸੁਣਨ ਵਾਲਾ ਫਿਰ ਉਹ ਸੁਣਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਕੀਰਤਨ, ਕਿਸੇ ਇਸਤਰੀ ਦੀ ਵਡਿਆਈ ਕਰੀ ਜਾਣੀ, ਬਹੁਤ ਸੁੰਦਰ ਹੈ, ਬੜੀ ਗੁਣੀ ਹੈ, ਬੜੀ ਚੰਗੀ ਹੈ, ਇੱਦਾਂ ਦੇ ਖਿਆਲ, ਤੇ ਉਹਦੇ ਕੋਲ ਬੈਠਣਾ, ਉਹਨੂੰ ਛੂਹਣਾ, ਉਹਦੇ ਨਾਲ ਸੰਗ ਕਰਨਾ, ਇਹ ਜਿਹੜੀਆਂ ਸਾਰੀਆਂ ਹੀ ਅਲਾਮਤਾਂ ਨੇ 8 ਪ੍ਰਕਾਰ ਦੀਆਂ ਨੇ। ਗੁਪਤ ਗੱਲਬਾਤ ਕਰਨੀ, ਇਹ ਸਾਰੀਆਂ ਹੀ ਚੀਜ਼ਾਂ ਤਿਆਗਣੀਆਂ ਪੈਂਦੀਆਂ। ਖਿਆਲ ਵੀ ਨਹੀਂ ਆਣ ਦੇਣਾ ਮਨ ਵਿੱਚ ਬੁਰਾ। ਬ੍ਰਹਮਚਰਜ ਹੋਏ ਇੱਕ ਲਿਵ ਲਾਗਨ। ਬ੍ਰਹਮਚਾਰੀ ਰਹਿਣਾ ਪੈਂਦਾ ਹੈ। ਬ੍ਰਹਮਚਰਜ ਹੋ ਕੇ ਹੀ ਇੱਕ ਲਿਵ ਲੱਗਦੀ ਹੈ, ਧਿਆਨ ਲੱਗਦਾ। ਜੇ ਬ੍ਰਹਮਚਰਜ ਨਹੀਂ ਹੈ ਤਾਂ ਬਿਰਤੀ ਖਿੰਡੀ ਰਹਿੰਦੀ ਹੈ। ਸੁਣ ਸ਼੍ਰੀ ਮੁਖ ਤੇ ਧੀਰਜ ਕਹਿ। ਮਹਾਰਾਜ 10ਵੇਂ ਪਾਤਸ਼ਾਹ ਪੰਡਿਤ ਕੇਸੋ ਦਾਸ ਦੀ ਗੱਲ ਸੁਣ ਕੇ ਉਹਨਾਂ ਨੂੰ ਧੀਰਜ ਦਿੰਦੇ ਹਨ। ਸੇਵਾ ਲੱਛ ਦਛਣ ਹਮ ਦਹਿ। ਮਹਾਰਾਜ ਕਹਿੰਦੇ ਪੰਡਿਤ ਜੀ ਦਛਣਾ ਦਾ ਫਿਕਰ ਨਾ ਕਰੋ, ਤੁਸੀਂ 1 ਲੱਖ ਮੰਗਿਆ ਹੈ, ਅਸੀਂ 1.25 ਲੱਖ ਦੇਵਾਂਗੇ ਤੁਹਾਨੂੰ। ਅਪਰ ਕਰਮ ਜੇ ਤੱਕ ਤੁਮ ਭਨੇ। ਹੋਰ ਵੀ ਜਿੰਨੇ ਤੁਸੀਂ ਕਰਮ ਕਹੇ ਨੇ ਅਸੀਂ ਤੁਹਾਡੇ ਕਹੇ ਅਨੁਸਾਰ ਹੀ ਕਰਾਂਗੇ। ਹਮ ਸੰਚੈ ਕੀਏ ਮਨ ਗੁਣ ਘਨੇ। ਕਈ ਮਣ ਮਹਾਰਾਜ ਸਮਗਰੀ ਇਕੱਠੀ ਪੰਡਿਤ ਜੀ ਅਸੀਂ ਕਰਾ ਲਈ ਹੈ। ਕਈ ਮਣ ਘਿਓ ਹੈ, ਕਈ ਮਣ ਜੌਂ ਹਨ, ਤਿਲ ਹਨ, ਬਦਾਮ ਹਨ, ਛੁਹਾਰੇ ਹਨ, ਇਸੇ ਤਰ੍ਹਾਂ ਸੌਗੀ ਹੈ, ਪਿਸਤੇ ਹਨ, ਸਾਰੇ ਹੀ ਮੇਵੇ ਹਨ, ਸਰਬ ਪ੍ਰਕਾਰ ਦਾ ਅੰਨ ਪਾਵਾਂਗੇ। ਸਮਗਰੀ ਜਿਸ ਵਿੱਚ ਜਦੋਂ ਹਵਨ ਹੋਵੇਗਾ ਤਾਂ ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਚੰਡੀ ਪ੍ਰਗਟ ਹੋਵੇਗੀ। ਮਹਾਰਾਜ ਕਹਿੰਦੇ ਹਨ ਅਸੀਂ ਕਿਸੇ ਚੀਜ਼ ਦੀ ਕਮੀ ਨਹੀਂ ਛੱਡਾਂਗੇ। ਇਤ ਦਿਸ਼ ਕੀ ਚਿੰਤਾ ਨਾ ਕਰੀਜੈ। ਪੰਡਤ ਜੀ ਇਹਨਾਂ ਚੀਜ਼ਾਂ ਦਾ ਤੁਸੀਂ ਫਿਕਰ ਨਾ ਕਰੋ, ਨਾ ਤਾਂ ਸਮਗਰੀ ਦਾ ਫਿਕਰ ਕਰੋ ਤੇ ਨਾ ਆਪਣੀ ਦਛਣਾ ਦਾ। ਅਸੀਂ ਸੇਵਾ ਵਜੋਂ 1.25 ਲੱਖ ਰੁਪਈਆ ਤੁਹਾਨੂੰ ਦੇਾਂਗੇ। ਸਰਬ ਕਾਜ ਪਰ ਔਰ ਪਰ ਕੀਜੈ। ਤੇ ਤੁਸੀਂ ਵੇਖ ਲਓਗੇ ਵੀ ਅਸੀਂ ਤੁਹਾਡੇ ਹਮਨ ਵਿੱਚ, ਪੂਜਾ ਪਾਠ ਵਿੱਚ ਕੋਈ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦੇਾਂਗੇ। ਨਿਜ ਕ੍ਰਿਤ ਪਰ ਤੁਮ ਬਨੋ ਸੁਚੇਤ। ਹੁਣ ਪੰਡਤ ਜੀ ਤੁਸੀਂ ਆਪਣੇ ਕੰਮ ਤੇ ਸੁਚੇਤ ਰਹਿਣਾ, ਆਪਣੀ ਡਿਊਟੀ ਤੇ ਪੱਕੇ ਹੋ ਜਾਓ। ਕਰੋ ਸਕਲ ਬਿਦ ਤਨ ਕੇ ਹੇਤ। ਪਰਮਾਤਮਾ ਦੀ ਸ਼ਕਤੀ ਨੂੰ ਪ੍ਰਗਟ ਕਰਨ ਲਈ ਹੁਣ ਯਤਨ ਕਰੋ। ਨੇਕੋ ਦਿਨ ਅਬ ਲਿਹੋ ਵਿਚਾਰ। ਦਿਨ ਚੰਗਾ ਭਲਾ ਵਿਚਾਰ ਲਵੋ। ਆਰੰਭ ਲਗਹਿ ਜਬ ਕਾਰ। ਜਿਸ ਦਿਨ ਇਹ ਕਾਰਜ ਦੀ ਆਰੰਭਤਾ ਕਰਨੀ ਹੈ ਅਰਦਾਸ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ, ਤੇ ਤੁਸੀਂ ਆਰੰਭ ਕਰ ਦਿਓ। ਹਮਨ ਵਸਤ ਕੀ ਕਮੀ ਨਾ ਕਾਈ। ਹਮਨ ਦੀ ਵਸਤੂਆਂ ਸਾਰੀਆਂ ਆ ਗਈਆਂ ਨੇ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਜੋ ਜੋ ਤੁਸੀਂ ਲਿਖਾਇਆ ਸੀ, ਲਿਸਟ ਬਣਾ ਕੇ ਦਿੱਤੀ ਸੀ, ਸਭ ਸਮਾਨ ਆ ਗਿਆ ਹੈ। ਆਨਤ ਰਹਿ ਸਿੱਖ ਸਮੁਦਾਈ। ਗੁਰੂ ਦੇ ਸਿੱਖ ਲੈ ਕੇ ਆਈ ਜਾਂਦੇ ਨੇ ਤੇ ਧਰੀ ਜਾਂਦੇ ਨੇ। ਲਖ ਉਦਾਰਤਾ ਪ੍ਰਭ ਕੀ ਘਨੀ। ਆ ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਇਹ ਉਦਾਰਤਾ ਵੇਖ ਕੇ ਕੇਸ਼ਵ ਆਨੰਦ ਹਿਰਦੈ ਭਰ ਭਨੀ। ਪੰਡਿਤ ਕੇਸੋ ਦਾਸ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਤੇ ਬੋਲੇ, ਧੰਨ ਗੁਰੂ ਕਲ ਕਾਲ ਮਝਾਰਾ। ਧੰਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਧੰਨ ਹੋ। ਇਸ ਕਲਯੁਗ ਦੇ ਸਮੇਂ ਵਿੱਚ ਆਪ ਜੀ ਜੈਸਾ ਦਾਨੀ, ਪਰਉਪਕਾਰੀ, ਮਹਾਤਮਾ, ਮਹਾਂਪੁਰਸ਼ ਕੋਈ ਨਜ਼ਰ ਨਹੀਂ ਆਉਂਦਾ। ਦੇਵ ਆਰਾਧਨ ਉਦਮ ਧਾਰਾ। ਆਪ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੀ ਆਰਾਧਨਾ ਕਰਕੇ ਉਸ ਨੂੰ ਪ੍ਰਗਟ ਕਰਨ ਦਾ ਉਦਮ ਕੀਤਾ ਹੈ। ਤੁਰਕ ਤੇਜ ਛੈ ਹਿੰਦ ਉਬਾਰਨ। ਤੁਰਕਾਂ ਦਾ ਤਪ ਤੇਜ ਖਤਮ ਹੋ ਜਾਵੇ, ਤੁਰਕਾਂ ਦਾ ਨਾਮੋ ਨਿਸ਼ਾਨ ਭਾਰਤ ਭੂਮੀ ਚੋਂ ਮਿਟ ਜਾਵੇ।
ਔਰ ਤੁਰਕਾਂ ਦਾ ਰਾਜ ਭਾਗ ਖੋ ਕੇ ਧਰਮੀ ਬੰਦਿਆਂ ਦੇ ਹੱਥ ਆਵੇ, ਇਸ ਵਾਸਤੇ ਤੁਸੀਂ ਮਹਾਰਾਜ ਅਵਤਾਰ ਧਾਰਿਆ ਹੈ। ਕਰੋ ਕ੍ਰਿਤੀ ਉਪਕਾਰ ਕੇ ਕਾਰਨ। ਇਹ ਆਪਣੇ ਵਾਸਤੇ ਨਹੀਂ ਕਰ ਰਹੇ, ਆਪਣੇ ਬੱਚਿਆਂ ਵਾਸਤੇ ਵੀ ਨਹੀਂ ਕਰ ਰਹੇ, ਬਲਕਿ ਇਸ ਦੁਨੀਆ ਦੇ ਭਲੇ ਲਈ ਕਰ ਰਹੇ ਹੋ। ਇਨ ਗਰੀਬ ਸਿੱਖਨ ਕੋ ਦੇਹੋ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਹਾਂਜੀ, ਨਿਸਤਿਨ ਰਹਿਬੋ ਬਨੈ ਸੁਚੇਤ। ਮਹਾਰਾਜ ਆਪ ਜੀ ਬੜੇ ਦਿਆਲੂ ਤੇ ਕਿਰਪਾਲੂ ਹੋ, ਆਪ ਜੀ ਪਰਉਪਕਾਰੀ ਹੋ, ਇਸ ਕਰਕੇ ਹੁਣ ਦਿਨ ਰਾਤ ਸੁਚੇਤ ਰਹਿਣਾ ਪਵੇਗਾ, ਤਾਂ ਹੀ ਜਾਪ ਹੋਵੇਗਾ। ਹਮ ਕਹਿ ਨੂੰ ਸਭ ਤੁਮਰੇ ਹੇਤ। ਮਹਾਰਾਜ ਜੋ ਮੈਂ ਕਹਿ ਰਿਹਾ ਹਾਂ ਤੁਹਾਡੇ ਭਲੇ ਲਈ ਕਹਿ ਰਿਹਾ ਹਾਂ। ਅਲਪ ਆਹਾਰ ਕ੍ਰਿਤ ਤਿਲ ਕੇਰਾ। ਮਹਾਰਾਜ ਖਾਣਾ ਵੀ ਘੱਟ ਖਾਣਾ ਪਵੇਗਾ, ਤਿਲਾਂ ਦਾ ਘਿਓ ਦਾ ਸੂਖਮ ਜਿਹਾ ਭੋਜਨ ਛਕਣਾ ਪਏਗਾ। ਇਹ ਨਹੀਂ ਵੀ 8-8 ਰੋਟੀਆਂ ਖਾ ਕੇ ਤੇ ਆਪਾਂ ਕਹੀਏ ਵੀ ਹੁਣ ਪੂਜਾ ਹੋ ਜਾਏਗੀ, ਪਾਠ ਹੋ ਜਾਏਗਾ, ਨਿਤਨੇਮ ਹੋ ਜਾਏਗਾ। ਨਹੀਂ ਸਾਧ ਸੰਗਤ ਜੀ, ਮਹਾਰਾਜ ਨੇ ਆਪਣੀ ਬਾਣੀ 'ਚ ਵੀ ਲਿਖਿਆ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਵੈਭੋ ਤਿਰਗੁਣ ਅਤੀਤ। ਤੋ ਆਪ ਜੀ ਨੂੰ ਸਤਿਗੁਰੂ ਜੀ ਪ੍ਰਸ਼ਾਦਾ ਥੋੜਾ ਖਾਣਾ ਪਵੇਗਾ ਸਾਬੋ ਨਹਿ ਜਾਗ ਕਨੇਰਾ। ਔਰ ਜਾਗ ਕੇ ਕਰਨਾ ਪੈਣਾ ਹੈ ਪ੍ਰਯੋਗ। ਸੌਣ ਦਾ ਤਾਂ ਬਹੁਤ ਘੱਟ ਸਮਾਂ ਮਿਲੇਗਾ। ਕਹਿ ਪਤਰਾ ਵਿਪਰ ਨਿਕਾਰਾ। ਇਸ ਤਰ੍ਹਾਂ ਕਹਿ ਕੇ ਪੰਡਤ ਕੇਸਵ ਦਾਸ ਨੇ ਆਪਣੀ ਪੱਤਰੀ ਕੱਢੀ ਹੈ। ਲੋ ਮਹੂਰਤ ਹੀਰ ਵਿਚਾਰਾ। ਉਹਨੇ ਸਮੇਂ ਦੀ ਵਿਚਾਰ ਕੀਤੀ ਹੈ, ਚੰਗੀ ਤਰ੍ਹਾਂ ਸਾਰੇ ਮਹੂਰਤ ਚੈੱਕ ਕੀਤੇ ਹਨ। ਮਾਸ ਮਾਧਵਾ ਪੂਰਨਮਾਸੀ। ਇਹ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ਼ ਸਤਿਗੁਰੂ ਜੀਓ, ਕਿ ਵਿਸਾਖ ਦੇ ਮਹੀਨੇ ਦੀ ਪੁੱਖ ਨਛੱਤਰ ਦੇ ਵਿੱਚ ਪੂਰਨਮਾਸ਼ੀ ਦਾ ਜੋ ਦਿਨ ਆਵੇਗਾ, ਪੁੱਖ ਨਛੱਤਰ ਨੰਦਾ ਥਿਤ ਭਾਸੀ। ਔਰ ਪੁੱਖ ਨਛੱਤਰ ਹੈ, ਨੰਦਾ ਤਿਥੀ ਹੈ, ਪੂਰਨਮਾਸ਼ੀ ਦਾ ਦਿਨ ਹੈ, ਵਿਸਾਖ ਦੀ ਪੂਰਨਮਾਸ਼ੀ ਆਵੇਗੀ। ਹੈ ਗੁਰਵਾਰ ਗੁਰੂ ਸਮਝਾਨੋ। ਔਰ ਹੈ ਵੀ ਵੀਰਵਾਰ, ਗੁਰੂਵਾਰ ਹੈ, ਬ੍ਰਹਸਪਤੀਵਾਰ ਹੈ। ਇਹ ਗੁਰੂਆਂ ਦਾ ਦਿਨ ਹੈ। ਪ੍ਰਥਮ ਆਰੰਭ ਤਿਸੀ ਦਿਨ ਠਾਨੋ। ਉਸ ਦਿਨ ਵੀਰਵਾਰ ਤੋਂ ਮਹਾਰਾਜ ਬ੍ਰਹਸਪਤੀਵਾਰ ਤੋਂ ਆਰੰਭਤਾ ਕਰ ਦਿਓ। ਆਪ ਜੀ ਇਸ ਪ੍ਰਯੋਗ ਦਾ ਆਰੰਭ ਕਰ ਦਿਓ। ਰਹੇ ਕੀ ਤਕ ਦਿਨ ਕੀ ਜਹ ਤਿਆਰੀ। ਕੁਝ ਦਿਨ ਬਾਕੀ ਰਹਿੰਦੇ ਨੇ, ਪੂਰਨਮਾਸ਼ੀ ਆਉਣ ਵਾਲੀ ਹੈ। ਮਹਾਰਾਜ ਤੁਸੀਂ ਤਿਆਰੀਆਂ ਕਰ ਲਵੋ। ਹਲ ਇਕਾਂਤ ਕੋ ਲਿਹੋ ਵਿਚਾਰੀ। ਔਰ ਕੋਈ ਇਕਾਂਤ ਜਗ੍ਹਾ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਇਹਨਾਂ ਪਹਾੜਾਂ ਵਿੱਚ ਚੁਣ ਲਓ, ਜਿੱਥੇ ਬਹਿ ਕੇ ਚੰਡੀ ਦਾ ਜਾਪ ਕੀਤਾ ਜਾ ਸਕੇ। ਸੋ ਸੁਧਰਾਏ ਸੋਜ ਧਰ ਭਵ ਹੋ। ਉਹ ਸਾਰੀਆਂ ਚੀਜ਼ਾਂ ਸੁਧਰਾ ਕੇ ਟਿਕਾ ਕੇ ਰੱਖੋ, ਸਾਰੀ ਸਮੱਗਰੀ। ਔਰ ਮਹਾਰਾਜ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਕਰੋ। ਪਾਵਨ ਥਾਨ ਜੋ ਮੋਹਿ ਬਤਾਵ ਹੋ। ਜਿਹੜੀ ਜਗ੍ਹਾ ਤੁਸੀਂ ਠੀਕ ਸਮਝਦੇ ਹੋ ਆਪ ਹੀ ਦੱਸ ਦਿਓ ਪਵਿੱਤਰ, ਉੱਥੇ ਹੀ ਆਸਣ ਲਾ ਲਵਾਂਗੇ। ਸੁਨ ਤੇ ਜਿਤੇ ਸਤਿਗੁਰੂ ਵਿਚਾਰਾ। ਪੰਡਤ ਜੀ ਦਾ ਇਹ ਬਚਨ ਸੁਣ ਕੇ ਮਹਾਰਾਜ 10ਵੇਂ ਪਾਤਸ਼ਾਹ ਵਿਚਾਰ ਕਰਦੇ ਨੇ। ਗਿਰ ਪਰ ਥਾਨ ਪ੍ਰਸੰਗ ਉਚਾਰਾ। ਮਹਾਰਾਜ ਕਹਿੰਦੇ ਆ ਜਿਹੜਾ ਪਹਾੜ ਸਾਹਮਣੇ ਨੈਣੇ ਦਾ ਟਿੱਲਾ, ਨੈਣਾ ਦੇਵੀ ਦਾ ਸਥਾਨ ਹੈ, ਇਹ ਸਾਰਿਆਂ ਤੋਂ ਉੱਚਾ ਇਸ ਇਲਾਕੇ ਵਿੱਚ। ਪੁਛਕ ਸੈਲ ਪਰ ਰਾਹ ਕਰ ਹੈ। ਪਹਾੜ ਦੇ ਉੱਤੇ ਕੋਈ ਜ਼ਿਮੀਂਦਾਰ ਵੀ ਰਹਿੰਦੇ ਆ ਜਿਹੜੇ ਥੋੜੀ ਥੋੜੀ ਖੇਤੀ ਕਰਦੇ ਹਨ। ਫਿਰਤ ਹੈ ਪਸ਼ੂ ਚਰਾਵਤ ਹੈ। ਉਹ ਪਹਾੜੀਏ ਜ਼ਿਮੀਂਦਾਰ ਇਹਨਾਂ ਪਹਾੜਾਂ ਵਿੱਚ ਨੈਣਾ ਦੇਵੀ ਦੇ ਟਿੱਲੇ ਦੇ ਲਾਗੇ ਆਪਣੇ ਪਸ਼ੂਆਂ ਨੂੰ ਚਾਰਦੇ ਫਿਰਦੇ ਹਨ। ਏਕ ਧੇਨ ਸੁੰਦਰ ਸਰਬੰਗ। ਮਹਾਰਾਜ 10ਵੇਂ ਪਾਤਸ਼ਾਹ ਦੱਸਦੇ ਨੇ ਕਿ ਇੱਕ ਗਊ ਬੜੇ ਸੁੰਦਰ ਸਰੂਪ ਵਾਲੀ, ਜਿਹਦੇ ਸਾਰੇ ਅੰਗ ਬੜੇ ਸੋਹਣੇ ਸਨ। ਪਾਵਨ ਬਹੁ ਕਪਲਾ ਤੇ ਸਰੰਗ। ਤੇ ਕਪਲ ਵਰਣ ਦੀ ਸੀ, ਕਪਲਾ ਰੰਗ ਦੀ ਸੀ, ਬੜੀ ਸੋਹਣੀ ਪਵਿੱਤਰ ਆਤਮਾ ਗਊ ਸੀ। ਹਰਿਤ ਹਰਿਤ ਤ੍ਰਿਣ ਚਰਤ ਉਚੇਰੇ। ਉਹ ਪਹਾੜਾਂ ਵਿੱਚ ਚੁਗਦੀ ਸੀ ਤੇ ਹਰਾ ਹਰਾ ਘਾਹ ਖਾਂਦੀ ਸੀ। ਗਿਰ ਕੇ ਸਿਖਰ ਜਾਏ ਇੱਕ ਬੇਰੇ। ਤੇ ਹੌਲੇ ਹੌਲੇ ਚੁਗਦੀ 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 ਪਹਾੜ ਦੇ ਚੋਟੀ ਤੇ, ਜਿੱਥੇ ਨੈਣਾ ਦੇਵੀ ਅੱਜ ਕੱਲ ਮੰਦਿਰ ਬਣਿਆ ਹੋਇਆ ਹੈ, ਪਹਿਲਾਂ ਹਵਨ ਕੁੰਡੀ ਹੁੰਦਾ ਸੀ, ਉੱਥੇ ਸਾਧ ਸੰਗਤ ਜੀ ਉਹ ਗਊ ਚਲੀ ਜਾਂਦੀ ਸੀ। ਸਭ ਥਲ ਪਰ ਥਿਰ ਹੋਵੇ ਕਰ ਰਹਿ। ਮਹਾਰਾਜ
10ਵੇਂ ਪਾਤਸ਼ਾਹ ਦੱਸ ਰਹੇ ਨੇ ਕੇਸੋ ਦਾਸ ਨੂੰ ਕਿ ਉਹ ਜਾ ਕੇ ਗਊ ਉੱਤੇ ਕਿੰਨੇ ਘੰਟੇ ਖਲੋਤੀ ਰਹਿੰਦੀ ਸੀ। ਦੁਗਧ ਸ਼ਰਵਤ ਅਸਥਨ ਤੇ ਅਹ, ਜਦੋਂ ਉੱਥੇ ਜਾ ਕੇ ਖਲੋ ਜਾਂਦੀ ਸੀ ਤਾਂ ਉਸ ਜਗ੍ਹਾ ਤੇ ਉਹਦੀਆਂ ਧਾਰਾਂ ਜਿਹੜੀਆਂ ਦੁੱਧ ਦੀਆਂ ਆਪੇ ਵਗ ਪੈਂਦੀਆਂ ਸਨ, ਆਪ ਹੀ ਉਹਦੇ ਥਣਾ ਚੋਂ ਦੁੱਧ ਵਗਦਾ ਸੀ। ਜੇ ਤੱਕ ਪੈ ਹੋਵਤ ਤਿਸ ਕੇਰਾ, ਜਿੰਨਾ ਉਸ ਗਊ ਦਾ ਦੁੱਧ ਹੁੰਦਾ ਸੀ ਸਿੰਚਤ ਹੈ ਸੋ ਥਾਨ ਭਲੇਰਾ, ਉਹਦੇ ਨਾਲ ਉਹ ਧਰਤੀ ਦੀ ਸਿੰਚਾਈ ਕਰ ਦਿੰਦੀ ਸੀ। ਉਹਦੇ ਕੋਲ ਹੋਰ ਕੁਝ ਨਹੀਂ ਸੀ ਹੋ ਸਕਦਾ, ਪਰ ਇੰਨਾ ਕੁਝ ਤਾਂ ਕਰ ਸਕਦੀ ਸੀ। ਉਹ ਆਪਣਾ ਦੁੱਧ ਡੋਲ ਕੇ, ਆਪਣੇ ਦੁੱਧ ਦੀਆਂ ਧਾਰਾਂ ਸਿੱਟ ਕੇ ਉਹ ਨੈਣਾ ਦੇਵੀ ਦੇ ਪਹਾੜ ਨੂੰ, ਖਾਸ ਕਰਕੇ ਮੰਦਰ ਵਾਲੀ ਜਗ੍ਹਾ ਨੂੰ ਧੋ ਦਿੰਦੀ ਸੀ, ਪਵਿੱਤਰ ਕਰ ਦਿੰਦੀ ਸੀ। ਬਹੁਰ ਮਿਲੈ ਸਭ ਧੇਨਨ ਸੰਗ, ਫਿਰ ਵਾਪਸ ਆ ਕੇ ਦੂਜੀਆਂ ਗਊਆਂ ਨਾਲ ਰਲ ਜਾਂਦੀ ਸੀ। ਐ ਸੰਧਿਆ ਤਜ ਸੈਲ ਉਤੰਗ, ਜਦੋਂ ਸ਼ਾਮ ਹੁੰਦੀ ਸੀ, ਹਨੇਰਾ ਪੈਣ ਲੱਗਦਾ ਸੀ, ਆਪਣੇ ਸਾਥੀਆਂ ਪਸ਼ੂਆਂ ਨਾਲ ਰਲ ਕੇ ਉਹ ਵੀ ਥੱਲੇ ਆ ਜਾਂਦੀ ਸੀ। ਚਲ ਆਵਤ ਪੁਨ ਆਪਣੇ ਧਾਮੂ, ਆਪਣੇ ਮਾਲਕ ਦੇ ਘਰ ਆ ਜਾਂਦੇ ਸੀ ਸਾਰੇ ਡੰਗਰ। ਜਿਸ ਢਿਗ ਧੇਨ ਸੋ ਨੈਣਾ ਨਾਮੂ, ਜਿਹਦੇ ਕੋਲ ਇਹ ਗਊ ਸੀ ਉਹਦਾ ਨਾਮ ਸੀ ਨੈਣਾ। ਨੈਣੇ ਦਾ ਟਿੱਲਾ ਤਾਂ ਹੀ ਕਹਿੰਦੇ ਆ ਨਾ, ਉਹ ਜਿਹੜਾ ਨੈਣੇ ਦਾ ਟਿੱਲਾ ਉਸੇ ਨੂੰ ਅੱਜ ਕੱਲ ਨੈਣਾ ਦੇਵੀ ਕਹਿੰਦੇ ਆ। ਇਹ ਜਗ੍ਹਾ ਮਹਾਰਾਜ ਨੈਣੇ ਦੀ ਸੀ। ਨੈਣਾ ਜ਼ਿਮੀਦਾਰ ਸੀ, ਉਹਦਾ ਇਹ ਟਿੱਲਾ ਸੀ ਤੇ ਗਊ ਵੀ ਉਹਦੀ ਰੱਖੀ ਹੋਈ ਸੀ। ਚੋਵਣ ਲੱਗੇ ਬੈਠ ਕਰ ਤਰੇ, ਜਦੋਂ ਨੈਣਾ ਗੁੱਜਰ ਜਾਂ ਜੱਟ, ਜਿਹੜਾ ਵੀ ਨੈਣਾ ਜੱਟ ਕਹਿੰਦੇ ਆ, ਉਹ ਆਪਣੀ ਗਾਂ ਚੋਣ ਲੱਗਦਾ ਸੀ। ਅਸਥਿਨ ਛੂਛੇ ਹੇਰਨ ਕਰੇ, ਉਹ ਵੇਖਦਾ ਮੇਰੀ ਗਾਂ ਦੇ ਥਣ 'ਚ ਦੁੱਧ ਕੋਈ ਨਹੀਂ, ਵਾਨਾ ਖਾਲੀ ਪਿਆ ਹੈ। ਉਹ ਗਊ ਨੂੰ ਵੇਖ ਕੇ ਵੀ ਇਹਦਾ ਕਿਤੇ ਚੁੰਘਾ ਹੀ ਹੈ, ਵੱਛਾ ਚੁੰਘਾ ਹੀ ਹੈ, ਜਾਂ ਕਿਸੇ ਨੇ ਇਹਦਾ ਦੁੱਧ ਚੋ ਲਿਆ ਹੈ। ਉਹ ਬੜਾ ਹੈਰਾਨ ਹੋਇਆ। ਕਾਰਨ ਕੋਈ ਨ ਮਨ ਮੈਂ ਪਾਇਓ, ਪਰ ਇਹਦਾ ਕਾਰਨ ਕੀ ਹੈ, ਦੁੱਧ ਗਿਆ ਕਿੱਥੇ ਹੈ ਗਊ ਦਾ, ਇਹ ਨਹੀਂ ਪਤਾ ਲੱਗਾ। ਕਿਨੋ ਨਿਕਸਾਇਓ ਪੈ ਕਿਸ ਬਿਸਮਾਇਓ, ਕਿਹਨੇ ਦੁੱਧ ਕੱਢਿਆ ਹੈ, ਕਿਹਨੇ ਪੀਤਾ ਹੈ। ਉਹ ਹੈਰਾਨ ਹੋ ਗਿਆ ਨੈਣਾ ਜੱਟ। ਉਸ ਆਗਲੇ ਤਿਨ ਹੀ ਹੋਈ, ਅਗਲੇ ਦਿਨ ਵੀ ਉਸੇ ਤਰ੍ਹਾਂ ਹੀ ਹੋਇਆ। ਮਹਾਰਾਜ ਕਹਿੰਦੇ ਹਨ ਨੈਣੇ ਛੀਰ ਨ ਪਾਇਓ ਕੋਈ, ਨੈਣੇ ਨੂੰ ਫਿਰ ਦੁੱਧ ਨਹੀਂ ਮਿਲਿਆ, ਕਿਉਂਕਿ ਦੁੱਧ ਤਾਂ ਉਹ ਗਊ ਜਾ ਕੇ ਨੈਣਾ ਦੇਵੀ ਦੇ ਟਿੱਲੇ ਉੱਤੇ ਡੋਲ ਆਈ ਸੀ। ਬੂਝ ਰਹਿਓ ਕਿਨਹੂ ਨਾ ਬਤਾਇਓ, ਉਹ ਨੈਣਾ ਜੱਟ ਕਈਆਂ ਨੂੰ ਪੁੱਛ ਹਟਿਆ, ਪਰ ਕਿਸੇ ਨੇ ਉਹਦਾ ਕਾਰਨ ਦੱਸਿਆ ਨਹੀਂ ਵੀ ਤੇਰੀ ਗਊ ਦਾ ਦੁੱਧ ਕਿਹਨੇ ਚੋਇਆ ਹੈ। ਬੂਝ ਰਹਿਓ ਕਿਛ ਭੇਵ ਨਾ ਪਾਇਓ, ਲੱਭ ਕੇ ਹਾਰ ਗਿਆ, ਪਰ ਕੋਈ ਭੇਦ ਨਹੀਂ ਉਸ ਨੂੰ ਮਿਲਿਆ। ਹੋਰੀ ਧੇਨ ਪ੍ਰਭਾਤੀ ਕਾਲ, ਗਊ ਉਸਨੇ ਸਾਧ ਸੰਗਤ ਜੀ ਸਵੇਰੇ ਛੱਡ ਦਿੱਤੀ ਛੱਪ ਕੇ ਚਲਿਓ ਪਿਖਨ ਹਿਤ ਨਾਲ, ਤੇ ਆਪ ਗਊ ਦੇ ਪਿੱਛੇ ਲੁਕ ਕੇ ਤੁਰ ਪਿਆ ਨੈਣਾ ਜੱਟ। ਦੂਰ ਦੂਰ ਸੋ ਦੇਖਤ ਰਹਿਓ, ਔਰ ਦੂਰ ਦੂਰ ਦੇਖਦਾ ਫਿਰਦਾ ਹੈ ਵੀ ਮੇਰੀ ਗਊ ਕਿੱਧਰ ਜਾਂਦੀ ਹੈ ਆਪਣੇ ਆਪ। ਤੀਨ ਪਹਿਰ ਲਗ ਨਹਿ ਕਛ ਲਹਿਓ, ਔਰ ਕਿਹੜਾ ਬੰਦਾ ਆ ਕੇ ਮੇਰੀ ਗਊ ਚੋ ਕੇ ਲੈ ਜਾਂਦਾ ਹੈ। ਚੋਰ ਫੜਨ ਵਾਸਤੇ ਨੈਣਾ ਲੁਕ ਕੇ ਦੇਖਦਾ ਰਿਹਾ। ਚਾਰ ਘਰੀ ਦਿਨ ਜਬ ਹੂੰ ਜਨ, ਹੁਣ ਸ਼ਾਮਾਂ ਨੂੰ ਪੈਣ ਵਾਲੀਆਂ ਹੋ ਗਈਆਂ, ਹਨੇਰਾ ਪੈਣ ਵਾਲਾ ਹੋ ਗਿਆ। ਜਦੋਂ 4 ਘੜੀਆਂ ਦਿਨ ਬਾਕੀ ਰਹਿ ਗਿਆ, ਯਾਨੀ ਸ਼ਾਮ ਦੇ ਕੋਈ 6 ਵੱਜ ਗਏ, ਪਹੁੰਚੀ ਸੁਰਭੀ ਤਾਹੇ ਸਥਾਨਾ, ਤੇ ਉਹ ਜਿਹੜੀ ਗਊ ਸੀ ਪਹਾੜ ਤੇ ਚੜ ਕੇ ਉਹ ਨੈਣੇ ਦੇ ਟਿੱਲੇ ਤੇ ਪਹੁੰਚ ਗਈ। ਉੱਪਰ ਖਰੀ ਸ਼ਰਵੇ ਥਨ ਤਬੇ, ਜਦੋਂ ਜਾ ਕੇ ਨੈਣੇ ਦੇ ਟਿੱਲੇ ਤੇ ਖਲੋਤੀ ਤੇ ਉਹਦੇ ਥਣਾ ਵਿੱਚੋਂ ਦੁੱਧ ਆਪੇ ਚੋਣ ਲੱਗ ਪਿਆ। ਸਿਓ ਦੁਗਧ ਸੀਂਚ ਥਲ ਸਬੈ, ਔਰ ਉਸ ਗਊ ਦਾ ਦੁੱਧ ਨਿਕਲਿਆ। ਉਹਨੇ ਆਪਣੇ ਦੁੱਧ ਨਾਲ ਥਾਨ ਦੀ ਪਵਿੱਤਰਤਾ ਕਰ ਦਿੱਤੀ। ਤੀਨ ਪ੍ਰਕਰਮਾ ਫਿਰ ਕਰ ਕਰੀ, ਔਰ ਉਹਨੇ 3 ਪ੍ਰਕਰਮਾਂ ਵੀ ਟਿੱਲੇ ਦੀਆਂ ਕੀਤੀਆਂ। ਸੀਸ ਨਿਵਾਏ ਸਦਨ ਕੋ ਫਿਰੀ, ਔਰ ਸੀਸ ਝੁਕਾ ਕੇ ਗਊ ਵਾਪਸ ਆਪਣੇ ਘਰ ਵੱਲ ਚੱਲ ਪਈ। ਹੁਣ ਨੈਣਾ ਗਮਨਿਓ ਤਿਸ ਥਾਨਾ, ਸੋ ਸਾਧ ਸੰਗਤ ਜੀ, ਗਊ ਵੀ ਬੜਾ ਸਿਆਣਾ ਪਸ਼ੂ ਹੈ। ਮਸ਼ਕੀਨ ਜੀ ਕਹਿੰਦੇ ਹੁੰਦੇ ਸਨ, ਜਿਹੜੇ ਮਨੁੱਖ ਦੇ ਨੇੜੇ ਦੀਆਂ ਜੂਨਾਂ ਨੇ, ਹਾਥੀ ਹੈ, ਸੱਪ ਹੈ, ਘੋੜਾ ਹੈ, ਗਊ ਹੈ, ਇਹ ਬੰਦੇ ਦੇ ਜਨਮ ਤੋਂ ਪਹਿਲਾਂ ਮਿਲਦੀਆਂ ਬੰਦੇ ਨੂੰ, ਫਿਰ ਬੰਦੇ ਦਾ ਜਨਮ ਮਿਲਦਾ। ਕੀੜਿਆਂ ਮਕੌੜਿਆਂ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਕਈ ਟੇਢੀਆਂ ਮੇਢੀਆਂ ਜੂਨਾਂ ਚੋਂ ਹੁੰਦਾ ਹੋਇਆ ਮਨੁੱਖ ਬਣਨ ਤੋਂ ਪਹਿਲਾਂ ਕੁਝ ਸਮਾਂ ਗਊ ਦੀ ਜੂਨੀ ਦੇ ਵਿੱਚ, ਕੁਝ ਸਮਾਂ ਸਾਧ ਸੰਗਤ ਜੀ ਹਾਥੀ ਦੀ ਜੂਨੀ 'ਚ, ਸੱਪ ਦੀ ਜੂਨੀ 'ਚ ਰਹਿ ਕੇ ਆਉਂਦਾ ਹੈ। ਅਵਲੋਕਤ ਮਨ ਭਇਓ ਹਿਰਾਨਾ, ਵੇਖ ਕੇ ਨੈਣੇ ਦਾ ਮਨ ਬੜਾ ਹੈਰਾਨ ਹੋਇਆ ਵੀ ਗਊ ਜਿਹੜੀ ਹੈ ਕਿੰਨੀ ਸਿਆਣੀ ਆ, ਜਿਹੜੀ ਆ ਕੇ
ਇਸ ਨੈਣੇ ਦੇ ਟਿੱਲੇ ਤੇ ਮੇਰੇ ਸਥਾਨ ਦੇ ਉੱਤੇ ਆਪਣਾ ਦੁੱਧ ਚੋ ਕੇ ਜਾਂਦੀ ਹੈ। ਨਮੋ ਕੀਨ ਕਰ ਘਰ ਕੋ ਚਲ ਆਇਓ। ਇਹ ਜਗ੍ਹਾ ਕੋਈ ਸ਼ਕਤੀ ਵਾਲੀ ਹੈ, ਐਸਾ ਜਾਣ ਕੇ ਉਸ ਨੈਣੇ ਨੇ ਨਮਸਕਾਰ ਕੀਤੀ ਤੇ ਵਾਪਸ ਆ ਗਿਆ। ਬੁੱਧਵੰਤਨ ਕੇ ਨਿਕਟ ਬਤਾਇਓ। ਔਰ ਜਿਹੜੇ ਸਿਆਣੇ ਬੁੱਧੀਵਾਨ ਲੋਕ ਸਨ ਉਹਨਾਂ ਦੇ ਕੋਲ ਜਾ ਕੇ ਦੱਸਿਆ। ਤਵੰਤ ਸੋ ਥਾਨ ਪਛਾਨਾ। ਉਹ ਬੰਦੇ ਵੀ ਚੰਗੇ ਧਰਮੀ ਸਨ, ਉਹਨਾਂ ਨੇ ਪਛਾਣ ਲਿਆ ਵੀ ਇਹ ਤਾਂ ਕੋਈ ਧਰਮ ਸਥਾਨ ਹੈ ਜਿੱਥੇ ਕੋਈ ਧਰਮ ਦਾ ਕੰਮ ਹੋਇਆ ਜਾਂ ਕਿਸੇ ਮਹਾਂਪੁਰਸ਼ ਦੇ ਚਰਨ ਪਏ ਹਨ। ਨੈਣੇ ਤਵੈ ਸੁਧਾਰਨ ਠਾਨਾ। ਨੈਣੇ ਨੇ ਆਪਣੇ ਸਾਥੀਆਂ ਦੀ ਗੱਲ ਸੁਣ ਕੇ ਉਸ ਟਿੱਲੇ ਤੇ ਝਾੜੂ ਫੇਰਿਆ, ਸਫਾਈ ਕੀਤੀ। ਜਾਨ ਚੰਡਕਾ ਤਹਾਂ ਮਨਾਈ। ਉਹ ਚੰਡੀ ਦਾ ਸਥਾਨ ਜਾਣ ਕੇ ਉੱਥੇ ਉਹਨੇ ਮੰਦਿਰ ਬਣਾਇਆ, ਨੈਣਾ ਦੇਵੀ ਦਾ ਮੰਦਿਰ। ਗੁਰੂ ਮਹਾਰਾਜ ਜਦੋਂ ਗਏ ਨੇ ਉਦੋਂ ਬਹੁਤੀ ਆਬਾਦੀ ਨਹੀਂ ਸੀ ਤੇ ਨੈਣਾ ਦੇਵੀ ਦੇ ਪਹਾੜ ਤੇ ਜਾ ਕੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਹਵਨ ਕੀਤਾ। ਸਾਧ ਸੰਗਤ ਜੀ ਉਦੋਂ ਇੰਨੀ ਆਬਾਦੀ ਨਹੀਂ ਸੀ, ਬਾਅਦ ਵਿੱਚ ਮੰਦਿਰ ਵੀ ਬਣ ਗਿਆ, ਹੋਰ ਬੜਾ ਕੁਝ ਉੱਥੇ ਹੋ ਗਿਆ। ਉਸ ਵੇਲੇ ਬੜਾ ਇਕਾਂਤ ਸੀ, ਭਜਨ ਕਰਨ ਵਾਲਾ ਸਥਾਨ ਸੀ ਸਾਧੂਆਂ ਦਾ। ਉੱਥੇ ਜਾ ਕੇ ਨੈਣੇ ਨੇ ਉਹ ਸਥਾਨ ਪੂਜਾ ਦਾ ਬਣਾਇਆ ਹੋਇਆ ਸੀ, ਕੁੰਡ ਪਹਿਲਾਂ। ਪੂਜਨ ਲਗੇ ਲੋਕ ਸਮੁਦਾਈ। ਹੌਲੇ ਹੌਲੇ ਉਹਦੀ ਮਾਨਤਾ ਵੱਧਦੀ ਗਈ, ਹੁਣ ਤਾਂ ਲੱਖਾਂ ਲੋਕ ਪੂਜਦੇ ਨੇ, ਹਜ਼ਾਰਾਂ ਲੋਕ ਯਾਤਰਾ ਤੇ ਆਉਂਦੇ ਨੇ। ਜਨਨ ਕਾਮਨਾ ਪੂਰਨ ਕਰੈ। ਇਹ ਜਗ੍ਹਾ ਤੇ ਮਾਨਤਾ ਬਣ ਗਈ ਲੋਕਾਂ ਦੀ ਵੀ ਇੱਥੇ ਭਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ। ਤਥਾ ਭਾਵਨਾ ਤਿਸ ਥਲ ਥਰੈ। ਜਿਹੋ ਜੀ ਭਾਵਨਾ ਉਹ ਪੂਰੀ ਹੁੰਦੀ ਹੈ। ਕਿਰਨ ਬ੍ਰਿੰਦ ਮਹਿ ਗਿਰ ਸੇ ਉੱਚੇ। ਕਹਿੰਦੇ ਉੱਚੇ ਪਹਾੜਾਂ ਜੋ ਸਾਰਿਆਂ ਤੋਂ ਇਹ ਪਹਾੜ ਉੱਚਾ ਹੈ। ਹੁਕਮ ਪੰਥ ਤੇ ਹੋਇ ਨਾ ਪਹੁੰਚੇ। ਔਖਾ ਰਸਤਾ ਹੋਣ ਕਰਕੇ ਕੋਈ ਜਾ ਨਹੀਂ ਸਕਦਾ ਇਹਦੇ ਉੱਤੇ। ਪਾਵਨ ਮਹਾ ਇਕੰਤ ਭਲੇਰਾ। ਇਕਾਂਤ ਸਥਾਨ ਹੈ। ਨੈਣੇ ਦਾ ਟਿੱਲਾ ਵੀ ਕਹਿੰਦੇ ਨੇ, ਨੈਣਾ ਦੇਵੀ ਵੀ ਕਹਿੰਦੇ ਨੇ। ਕਾਰਜ ਕੋ ਨੀਕੋ ਹੀਰਾ। ਮਹਾਰਾਜ 10ਵੇਂ ਪਾਤਸ਼ਾਹ ਪੰਡਤ ਕੇਸੋ ਦਾਸ ਨੂੰ ਦੱਸ ਰਹੇ ਨੇ ਕਿ ਪੰਡਤ ਜੀ ਇਹਨਾਂ ਕਾਰਨਾਂ ਕਰਕੇ ਅਸੀਂ ਉਹ ਸਥਾਨ ਸਭ ਤੋਂ ਪਵਿੱਤਰ ਸਵੱਛ ਸਮਝਦੇ ਹਾਂ ਜਿੱਥੇ ਕੋਈ ਬਹੁਤੀ ਆਵਾਜਾਈ ਨਹੀਂ ਹੈ, ਕੋਈ ਡਿਸਟਰਬ ਨਹੀਂ ਕਰੇਗਾ, ਕਿਉਂਕਿ ਇੰਨਾ ਉੱਚਾ ਪਹਾੜ ਚੜ੍ਹਨਾ ਕਿਹੜਾ ਸੌਖਾ ਹੈ। ਹਰ ਬੰਦਾ ਥੋੜਾ ਚੜ੍ਹ ਜਾਏਗਾ। ਅੱਜ ਕੱਲ ਗੱਡੀਆਂ ਵਾਲਿਆਂ ਦੀ ਵੀ ਸਾਧ ਸੰਗਤ ਜੀ ਗੱਡੀਆਂ ਵੀ ਥੱਕ ਜਾਂਦੀਆਂ ਚੜ੍ਹਦੀਆਂ ਇੰਨਾ ਜ਼ੋਰ ਲੱਗਦਾ। ਤੇ ਪਹਿਲਾਂ ਕੋਈ ਬਿਰਲਾ ਭਗਤ ਮੱਥਾ ਟੇਕਣ ਜਾਂਦਾ ਸੀ, ਸਾਰੇ ਥੋੜਾ ਜਾਂਦੇ ਸੀ। ਹੁਣ ਤਾਂ ਲੋਕਾਂ ਕੋਲ ਗੱਡੀਆਂ ਨੇ, ਹੇਮਕੁੰਟ ਸਾਹਿਬ ਨੂੰ ਵੀ ਤੁਰੇ ਹੁੰਦੇ ਨੇ, ਵੈਸ਼ਨੋ ਦੇਵੀ ਵੀ ਜਾਂਦੇ ਨੇ ਤੇ ਉੱਚੇ ਉੱਚੇ ਪਹਾੜਾਂ ਦੇ ਲੋਕ ਚਲੇ ਜਾਂਦੇ ਨੇ। ਪਹਿਲਾਂ ਸਾਧੂ ਸੰਤ ਹੀ ਜਾਂਦੇ ਹੁੰਦੇ ਸਨ। ਤੇ ਵੈਸੇ ਇਹੋ ਜਿਹੇ ਪਵਿੱਤਰ ਤੀਰਥਾਂ ਦੇ ਜਿਵੇਂ ਹੇਮਕੁੰਟ ਸਾਹਿਬ ਹੈ ਜਾਂ ਹੋਰ ਸਥਾਨ ਨੇ, ਉੱਥੇ ਜਾ ਕੇ ਨਾਮ ਜਪਣਾ ਚਾਹੀਦਾ ਹੈ। ਅੱਜ ਕੱਲ ਦੇ ਲੋਕ ਪਿਕਨਿਕ ਮਨਾਉਣ ਚਲੇ ਜਾਂਦੇ ਹਨ, ਉਹਦਾ ਪਾਪ ਲੈ ਕੇ ਆਉਂਦੇ ਹਨ। ਸੋ ਮਹਾਰਾਜ 10ਵੇਂ ਪਾਤਸ਼ਾਹ ਪੰਡਤ ਕੇਸੋ ਦਾਸ ਜੀ ਨੂੰ ਨੈਣਾ ਦੇਵੀ ਦੇ ਟਿੱਲੇ ਬਾਰੇ ਦੱਸ ਰਹੇ ਹਨ। ਚਲੋ ਪ੍ਰਾਤ ਕੋ ਹੀਰਨ ਕਰੀਏ ਹੈ। ਮਹਾਰਾਜ ਕਹਿੰਦੇ ਪੰਡਤ ਜੀ ਸਵੇਰੇ ਸਾਡੇ ਨਾਲ ਚੱਲਿਆ ਜੇ, ਇੱਕ ਵਾਰੀ ਚੱਲ ਕੇ ਆਪ ਜਗ੍ਹਾ ਵੇਖ ਲਵੋ। ਮਨ ਸੁਧਾਰ ਦੇ ਹੇਤ ਉਚਰੀਆ ਹੈ। ਫਿਰ ਉੱਥੇ ਬੰਦੇ ਲਾ ਦੇਾਂਗੇ ਜਿਹੜੇ ਸਫਾਈ ਕਰ ਦੇਣਗੇ, ਆਲਾ ਦੁਆਲਾ ਪਵਿੱਤਰ ਹੋ ਜਾਵੇਗਾ। ਉੱਥੇ ਚੱਲ ਕੇ ਡੇਰੇ ਲਾ ਲਵਾਂਗੇ। ਸੁਣ ਕੇ ਸ਼ਵਨੀ ਕੇ ਮਨ ਮਾਨੀ। ਇਹ ਸੁਣ ਕੇ ਸਾਧ ਸੰਗਤ ਜੀ ਕੇਸੋ ਦਾਸ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਠੀਕ ਹੈ ਮਹਾਰਾਜ, ਭਲੀ ਬਾਤ ਇਮ ਕਹਿ ਕਰ ਬਾਨੀ। ਉਹ ਮਹਾਰਾਜ ਤੁਸੀਂ ਠੀਕ ਕਹਿੰਦੇ ਹੋ, ਇਸ ਤਰ੍ਹਾਂ ਬੋਲਿਆ ਹੈ। ਆਇਸ ਪਾਏ ਗਇਓ ਨਿਜ ਡੇਰੇ। ਸਾਧ ਸੰਗਤ ਜੀ ਮਹਾਰਾਜ ਦੀ ਆਗਿਆ ਪਾ ਕੇ ਕੇਸੋ ਦਾਸ ਬਾਗ ਵਿੱਚ ਚਲਾ ਗਿਆ ਜਿੱਥੇ ਉਹਦਾ ਡੇਰਾ ਲੱਗਾ ਹੋਇਆ ਸੀ। ਚਿਤਵਤ ਦੇਵੀ ਕਾਜ ਬਡੇਰੇ। ਮਨ ਵਿੱਚ ਸੋਚਦਾ ਹੈ ਵੀ ਚੰਡੀ ਪ੍ਰਗਟ ਕਰਨੀ ਵੱਡਾ ਕੰਮ ਹੈ। ਅਗਲੀ ਪ੍ਰਾਤ ਭਈ ਜਬ ਆਏ। ਜਦੋਂ ਅਗਲਾ ਸਵੇਰ ਹੋਈ, ਅਗਲਾ ਦਿਨ ਚੜਿਆ, ਗਏ ਗੁਰੂ ਦੇ ਜਲੀਨ ਬੁਲਾਏ। ਮਹਾਰਾਜ ਨੇ ਪੰਡਤ ਕੇਸੋ ਦਾਸ ਨੂੰ ਬੁਲਾ ਲਿਆ ਸਨੇ ਸਨੇ ਪਰਬਤ ਪਰ ਚੜੇ। ਤੇ ਮਹਾਰਾਜ ਨੈਣਾ ਦੇਵੀ ਦੇ ਪਹਾੜ ਨੂੰ ਚੱਲ ਪਏ। ਹੌਲੇ ਹੌਲੇ ਪਹਾੜ ਤੇ ਚੜੇ ਹਨ। ਸਥਾਨ ਦੇਖ ਔਰ ਆਨੰਦ ਬੜੇ। ਬੜਾ ਸੋਹਣਾ ਸਥਾਨ, ਪਵਿੱਤਰ, ਸਵੱਛ, ਨਿਰਮਲ, ਕੋਈ ਰੌਲਾ ਨਹੀਂ ਔਰ ਸਾਧ ਸੰਗਤ ਦੀ ਸ਼ਾਂਤੀ ਬੜੀ ਹੈ।
ਉਧਰ ਮਹਾਰਾਜ ਪਹਾੜ ਤੇ ਚੜ ਗਏ। ਕਰ ਪਸੰਦ ਸੋ ਥਾਨ ਮਹਾਨਾ। ਉਸ ਜਗ੍ਹਾ ਨੂੰ ਪਸੰਦ ਕਰ ਲਿਆ ਵੀ ਇਹ ਜਗ੍ਹਾ ਤਪ ਵਾਸਤੇ, ਸਾਧਨਾ ਵਾਸਤੇ ਬੜੀ ਵਧੀਆ ਹੈ। ਖਤ ਕੇਸ਼ੋ ਦਾਸ ਬਖਾਨਾ। ਤੇ ਕੇਸ਼ੋ ਦਾਸ ਖੁਸ਼ੀ ਨਾਲ ਬੋਲਿਆ, ਉਸ ਥਲ ਹੋ ਮਨ ਕੋ ਪਾਇਓ। ਹੇ ਸਤਿਗੁਰੂ ਜੀ, ਆਹ ਜਗ੍ਹਾ ਤਾਂ ਬੜੀ ਵਧੀਆ ਹੈ, ਇਹ ਤਾਂ ਤੁਸੀਂ ਬੜੀ ਚੁਣ ਕੇ ਰੱਖੀ ਹੋਈ ਹੈ ਕੋਈ ਥਾਂ। ਇਹੋ ਜੀ ਥਾਂ ਤੇ ਤਾਂ ਚੰਡੀ ਬਹੁਤ ਛੇਤੀ ਪ੍ਰਗਟ ਹੋ ਸਕਦੀ ਹੈ। ਜਿਸ ਤੇ ਮਮ ਅਸ ਨਿਸ਼ਚੈ ਆਇਓ। ਜਿਸ ਕਰਕੇ ਮੇਰੇ ਮਨ 'ਚ ਨਿਸ਼ਚਾ ਆਇਆ ਹੈ। ਹੋਏ ਬਿਦਤ ਜਗਦੰਬਾ ਜੈਸੇ। ਜਗਤ ਮਾਤਾ ਚੰਡਕਾ ਜਿਵੇਂ ਵੀ ਪ੍ਰਗਟ ਹੋਵੇ, ਸਕਲ ਸਮਾਜ ਮਿਲਤ ਹੈ ਐਸੇ। ਉਵੇਂ ਹੀ ਸਾਡੇ ਕੋਲ ਸਾਰਾ ਸਾਜੋ ਸਮਾਨ ਮਿਲਦਾ ਜਾ ਰਿਹਾ ਹੈ। ਤੁਸੀਂ ਜਜਮਾਨ ਮਿਲ ਗਏ ਹੋ, ਮੈਂ ਪ੍ਰੋਤ ਮਿਲ ਗਿਆ ਹਾਂ, ਤੇ ਮਹਾਰਾਜ ਤੁਹਾਡਾ ਵੀ ਜਪ ਤਪ ਪੂਰਾ ਹੈ ਤੇ ਮੇਰਾ ਵੀ, ਔਰ ਸਾਰੇ ਸਾਧਨ ਤੁਹਾਡੇ ਕੋਲ ਹਨ। ਹੁਣ ਚੰਡੀ ਪ੍ਰਗਟ ਹੋ ਕੇ ਰਵੇਗੀ। ਅਚਲ ਅਨਾਸੀ ਸੋ ਜਸ ਤੁਮਾਰਾ। ਹੇ ਸਤਿਗੁਰੂ ਜੀ, ਤੁਹਾਡਾ ਜਸ ਅਬਿਨਾਸੀ ਹੈ, ਅਚਲ ਹੈ। ਦੁਨੀਆ ਇੱਧਰ ਉੱਧਰ ਹੋ ਜਾਵੇ, ਚੰਦ ਸੂਰਜ ਆਪਣੀ ਮਰਜ਼ਾਦਾ ਤੋਂ ਪਿੱਛੇ ਹਟ ਜਾਣ, ਆਪ ਜੀ ਦੀ ਸੋਭਾ ਘਟ ਨਹੀਂ ਸਕਦੀ। ਬਸ ਰਹਿ ਗੋ ਸਭ ਜਗਤ ਮਝਾਰਾ। ਸਾਰੀ ਦੁਨੀਆ ਵਿੱਚ ਕਲਗੀਧਰ ਪਾਤਸ਼ਾਹ ਆਪ ਦੇ ਜਸ ਦਾ ਡੰਕਾ ਵੱਜੇਗਾ। ਚੱਕਰਵਰਤ ਭੂਪਤ ਬਹੁ ਭਏ। ਹੇ ਮਹਾਰਾਜ, ਇਸ ਧਰਤੀ ਤੇ ਚੱਕਰਵਰਤੀ ਰਾਜੇ ਬੜੇ ਹੋ ਚੁੱਕੇ ਹਨ, ਧਰਤਾ ਸਰਬ ਸ਼ਕਤ ਉਪਜਏ। ਜਿਹੜੇ ਬੜੇ ਸ਼ਕਤੀਆਂ ਵਾਲੇ ਸਨ, ਬੜੇ ਪੂਰਨ ਪੁਰਸ਼ ਸਨ, ਇਸ ਤੇ ਕਾਜ ਨ ਐਸੇ ਸਰਿਓ। ਪਰ ਉਹਨਾਂ ਸ਼ਕਤੀ ਵਾਲਿਆਂ ਕੋਲੋਂ ਵੀ ਐਡਾ ਵੱਡਾ ਹਮਨ ਨਹੀਂ ਹੋਇਆ, ਐਡਾ ਵੱਡਾ ਯੱਗ ਨਹੀਂ ਹੋਇਆ ਜਿਹੜਾ ਕਾਰਜ ਆਪ ਜੀ ਕਰਨ ਲੱਗੇ ਹੋ ਚੰਡੀ ਨੂੰ ਪ੍ਰਗਟ ਕਰਨੇ ਦਾ। ਜਸ ਉਤਸ਼ਾਹ ਆਪਨੇ ਧਰਿਓ। ਜੈਸਾ ਉਤਸ਼ਾਹ ਆਪ ਜੀ ਰੱਖਦੇ ਹੋ ਚੰਡੀ ਨੂੰ ਪ੍ਰਗਟ ਕਰਨੇ ਦਾ, ਹੋਰ ਕਿਸੇ ਰਾਜੇ ਮਹਾਰਾਜੇ ਤੋਂ ਨਹੀਂ ਹੋ ਸਕਿਆ। ਆਦ ਸ਼ਕਤ ਮਦ ਕੈਟਬ ਮਰਦਨ। ਆਦ ਸ਼ਕਤੀ ਚੰਡੀ ਜੋ ਮਦ ਕੈਟਬ ਵਰਗੇ ਰਾਖਸ਼ਾਂ ਨੂੰ ਮਾਰਨ ਵਾਲੀ ਹੈ। ਰਕਤ ਬੀਜ ਸੰਭਾਦਕ ਅਰਦਨ। ਰਕਤ ਬੀਜ ਜਿਹਦੇ ਸਰੀਰ ਤੇ ਜਿੰਨੇ ਖੂਨ ਦੇ ਤੁਪਕੇ ਧਰਤੀ ਤੇ ਡਿੱਗਦੇ, ਓਡੇ ਵੱਡੇ ਰਾਖਸ਼ ਫੇਰ ਪੈਦਾ ਹੋ ਜਾਂਦੇ। ਉਹ ਰਕਤ ਬੀਜ ਵਰਗੇ ਤੇ ਸੁੰਭ ਸੁੰਭ ਵਰਗੇ ਤੁਸੀਂ ਮਾਰ ਦਿੱਤੇ ਹਨ। ਵਿਸ਼ਾ ਬਿਲੋਚਨ ਕੇ ਸੋ ਕਰਨੀ। ਮਹਾਰਾਜ ਗਰੀਬ ਨਵਾਜ ਜੀਓ, ਆਪ ਜੀ ਦੀ ਉਹ ਜਿਹੜੀ ਸ਼ਕਤੀ ਹੈ ਨੇਤਰਾਂ ਵਿੱਚ ਨਿਵਾਸ ਕਰਨ ਵਾਲੀ ਹੈ। ਕੌਣ ਸਕੈ ਕਰ ਐਸੀ ਕਰਨੀ। ਇਹੋ ਜੀ ਕਰਨੀ ਹੋਰ ਕੌਣ ਕਰ ਸਕਦਾ ਹੈ। ਸਭ ਸਿੱਖਨ ਸੋ ਗੁਰੂ ਬਖਾਨਾ। ਮਹਾਰਾਜ ਸੱਚੇ ਪਾਤਸ਼ਾਹ ਪੰਡਿਤ ਕੇਸੋ ਦਾਸ ਦੇ ਬਚਨ ਸੁਣ ਕੇ ਸਿੱਖਾਂ ਨੂੰ ਕਹਿਣ ਲੱਗੇ, ਕਰੋ ਸੁਧਾਰਨ ਭਲੇ ਸਥਾਨਾ। ਮਹਾਰਾਜ ਕਹਿੰਦੇ ਜਗ੍ਹਾ ਤੇ ਸਫਾਈ ਕਰ ਦਿਓ। ਕੋਈ ਘਾਹ ਫੂਸ ਆਮ ਉੱਗਿਆ ਹੁੰਦਾ ਸੀ ਪਹਾੜਾਂ ਵਿੱਚ, ਇਹਦੀ ਸਫਾਈ ਕਰੋ ਤੇ ਬੜਾ ਸੁੰਦਰ ਜਗ ਵੇਦੀ ਬਣਾਓ। ਸੁੰਦਰ ਮੰਦਰ ਦੇਹ ਬਨਵਾਏ। ਔਰ ਸੋਹਣੇ ਮਕਾਨ ਇੱਥੇ ਰਹਿਣ ਵਾਸਤੇ ਬਣਾ ਦਿਓ। ਸਮਗਰੀ ਦੇਹ ਟਿਕਾਏ। ਉਹਨਾਂ ਮਕਾਨਾਂ ਦੇ ਵਿੱਚ ਸਮਗਰੀ ਰੱਖਾਂਗੇ, ਆਪਣੀ ਰਹਿائش ਵੀ ਰੱਖਾਂਗੇ। ਹਮਨ ਕੁੰਡ ਕੋ ਜਥਾ ਆਕਾਰਾ। ਹਮਨ ਕੁੰਡ ਦਾ ਜਿੱਡਾ ਆਕਾਰ ਚਾਹੀਦਾ ਹੈ ਓਡਾ ਤਿਆਰ ਕਰਵਾ ਲਵੋ। ਕਾਰੀਗਰ ਸੋ ਵਿਪਰ ਉਚਾਰਾ। ਪੰਡਿਤ ਕੇਸੋ ਦਾਸ ਜੀ ਨੇ ਕਾਰੀਦਾਸ ਜਿਹੜੇ ਕਾਰੀਗਰ ਸਨ ਉਹਨਾਂ ਨੂੰ ਦੱਸਿਆ ਬਈ ਏਦਾਂ ਦੀ ਹਵਨ ਕੁੰਡ ਬੇਦੀ ਬਣਾਣੀ ਹੈ। ਦੂਰ ਉਰੈ ਚੌਂਕੀ ਨਰ ਥਿਰੈ। ਤੇ ਥੋੜਾ ਜਿਹਾ ਦੂਰੀ ਤੇ ਕੁਝ ਬੰਦੇ ਚੌਂਕੀਦਾਰ ਪਹਿਰੇਦਾਰ ਖੜਨਗੇ ਤਾਂ ਕਿ ਉੱਪਰ ਕੋਈ ਨਾ ਜਾ ਸਕੇ। ਮਹਾਰਾਜ ਨੂੰ ਭਗਤੀ ਕਰਦਿਆਂ ਪ੍ਰਯੋਗ ਕਰਦਿਆਂ ਕੋਈ ਡਿਸਟਰਬ ਨਾ ਕਰੇ। ਇਹ ਸਭ ਰੀਤ ਸੁਚੇਤੀ ਧਰੈ। ਜਿਹੜੇ ਬੜੇ ਸਾਵਧਾਨ ਸੁਚੇਤ ਤਿਆਰ ਬਰ ਤਿਆਰ ਸਿੱਖ ਸਨ, ਜੋ ਸਥਲ ਇਤਿਹਾਦ ਬਤਾਏ। ਉਹਨਾਂ ਸਾਰਿਆਂ ਦੀ ਡਿਊਟੀਆਂ ਲਾ ਦਿੱਤੀਆਂ ਤੇ ਇੱਥੇ ਸੋਹਣੇ ਕਮਰੇ ਬਣ ਜਾਣ, ਸਾਜੋ ਸਮਾਨ ਸਾਂਭਿਆ ਜਾਵੇ। ਏਦਾਂ ਨੈਣਾ ਦੇਵੀ ਦੇ ਪਹਾੜ ਉੱਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਡੇਰੇ ਲਾ ਲਏ। ਆਏ ਪੁਰ ਗੁਰ ਵਿਪਰ ਮਿਲਾਏ। ਮਹਾਰਾਜ ਉੱਥੇ ਪੂਰਾ ਬੰਦੋਬਸਤ ਕਰਨ ਦੀ ਡਿਊਟੀ ਲਾ ਕੇ ਦੀਵਾਨ ਆਨੰਦ ਚੰਦ ਵਰਗਿਆਂ ਨੂੰ ਉੱਥੇ ਛੱਡ ਕੇ ਤੇ ਪੰਡਿਤ ਕੇਸੋ ਦਾਸ ਨੂੰ ਨਾਲ ਲੈ ਕੇ ਵਾਪਸ ਆਨੰਦਪੁਰ ਆ ਗਏ। ਪੂਰਨ ਤਿਆਰੀ ਸਭ ਕਰਵਾਈ। ਔਰ ਬੜੀ ਛੇਤੀ ਨਾਲ ਸਭ ਤਿਆਰੀਆਂ ਪੂਰਨ ਕਰ ਲਈਆਂ। ਹਮਨ ਸਮਗਰੀ ਤਹਾਂ ਪਹੁੰਚਾਈ। ਹਮਨ ਦੀ ਸਾਰੀ ਸਮਗਰੀ ਉੱਥੇ ਨੈਣਾ ਦੇਵੀ ਦੇ ਪਹਾੜਾਂ ਤੇ ਪਹੁੰਚਾ ਦਿੱਤੀ। ਉਸ ਪ੍ਰਤੀਖਣ ਲੱਗੇ ਕਿਰਪਾਲਾ। ਹੁਣ ਮਹਾਰਾਜ ਦਿਨ ਦੀ ਉਡੀਕ ਕਰ ਰਹੇ ਆ ਵੀ ਕਿਸ ਦਿਨ
ਉਹ ਵਿਸਾਖ ਦੀ ਪੂਰਨਮਾਸ਼ੀ ਆਵੇਗੀ। ਕਰਹਿ ਆਰੰਭ ਪ੍ਰਥਮ ਜਿਸ ਕਲ, ਜਦੋਂ ਅਸੀਂ ਇਹ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰਨ ਦਾ ਪ੍ਰਯੋਗ ਆਰੰਭ ਕਰਾਂਗੇ। ਪ੍ਰਤ ਦਿਜਬਰ ਪਹੁੰਚੇ ਪਾਸ, ਰੋਜ਼ ਪੰਡਿਤ ਕੇਸੋ ਦਾਸ ਗੁਰੂ ਜੀ ਦੇ ਕੋਲ ਆ ਕੇ ਬੈਠ ਜਾਂਦਾ ਹੈ ਤੇ ਤਿਆਰੀਆਂ ਬਾਰੇ ਗੱਲਾਂ ਬਾਤਾਂ ਕਰਦਾ ਰਹਿੰਦਾ ਹੈ। ਕਰਹਿ ਵਾਰਤਾ ਲਾਭ ਪ੍ਰਕਾਸ਼, ਗੁਰੂ ਸਾਹਿਬ ਨਾਲ ਗਿਆਨ ਚਰਚਾ ਕਰਕੇ ਬੜਾ ਖੁਸ਼ ਹੁੰਦਾ ਹੈ, ਕਿਉਂਕਿ ਉਹਨੇ ਜੋ ਸੁਣਿਆ ਸੀ ਉਸ ਤੋਂ ਵੱਧ ਕੇ ਵੇਖਿਆ ਹੈ। ਪੂਜਨ ਹਮਨ ਕਰਨ ਵਿਦ ਸਾਰੀ, ਪੂਜਾ ਕਰਨ ਦੀ ਵਿਧੀ, ਹਵਨ ਕਰਨ ਦੀ ਸਾਰੀ ਵਿਧੀ। ਕਹਿ ਕਹਿ ਸਭ ਕਿਛ ਠਾਨਸ ਤਿਆਰੀ, ਉਹ ਪੰਡਿਤ ਕੇਸੋ ਦਾਸ ਕਹਿ ਕਹਿ ਕੇ ਤਿਆਰੀ ਕਰਵਾ ਰਿਹਾ ਆਪਣੇ ਨਾਲ ਦਿਆਂ ਕੋਲੋਂ। ਸੈਂਕਰ ਮਨ ਸੇਵਾ ਮਿਸ਼ਟਾਨ, ਸੈਂਕੜੇ ਮਣ ਮੇਵਾ ਤੇ ਮਿੱਠਾ ਲਿਆ ਕੇ ਰੱਖਿਆ ਗਿਆ ਹੈ। ਤੇਲ ਘ੍ਰਿਤ ਜਾਵ ਤੰਦੁਲ ਸਭ ਆਨ, ਤੇਲ ਘਿਓ ਜੌਂ ਤੇ ਚਾਵਲ ਰੱਖੇ ਹਨ। ਕਹਿ ਕਹਿ ਪ੍ਰਭ ਸੋ ਤਹਾਂ ਪੁਚਾਏ, ਮਹਾਰਾਜ ਨੂੰ ਕਹਿ ਕਹਿ ਕੇ ਉਹ ਸਾਰੇ ਘਿਓ ਦੇ ਘੜੇ, ਖਾਣ ਪਾਣ ਦਾ ਸਮਾਨ, ਹਵਨ ਦੀ ਸਮੱਗਰੀ, ਉਹ ਸਾਰਾ ਸਮਾਨ ਉੱਤੇ ਨੈਣਾ ਦੇਵੀ ਦੇ ਪਹਾੜ ਤੇ ਪਹੁੰਚਾਇਆ ਗਿਆ। ਖਾਨ ਸੁਧਾਰਿਓ ਨੀਕ ਬਣਾਏ, ਔਰ ਵਧੀਆ ਸਥਾਨ ਬਣਾ ਕੇ ਰੱਖਿਆ। ਹਮਨ ਕੁੰਡ ਜਿਸ ਜੁਗ ਤਬ ਤਾਇਓ, ਕਹਿੰਦੇ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਦੱਸਿਆ ਸੀ ਨਾ ਵੀ ਇਸ ਤਰ੍ਹਾਂ ਦਾ ਹਵਨ ਕੁੰਡ ਬਣਾਉਣਾ ਹੈ, ਸੋ ਭੀ ਭਲੀ ਭਾਂਤ ਕਰਵਾਇਓ। ਉਹ ਵੀ ਵਧੀਆ ਤਰੀਕੇ ਨਾਲ ਬਣਵਾਇਆ ਹੈ। ਸੋ ਇੱਥੇ ਹੁਣ ਸਾਧ ਸੰਗਤ ਜੀ ਹਵਨ ਆਰੰਭ ਹੋਵੇਗਾ। ਉਹ ਕਥਾ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦੇ ਪ੍ਰਾਣਨਾਥ, ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆਤ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਇਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ, ਤਿਉ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ